ਸ਼ਖਸੀਅਤਾਂ ਆਪ ਜੀ ਦੇ ਰੂਬਰੂ ਕੀਤੀਆਂ ਨੇ। ਔਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਬਹੁਤ ਹੀ ਮੰਜੀ ਹੋਈ ਸ਼ਖਸੀਅਤ ਜਿਨ੍ਹਾਂ ਦੇ ਕੋਈ ਜਾਣ ਪਛਾਣ, ਕੋਈ ਰਸਮੀ ਜਾਣ ਪਛਾਣ ਦੇ ਮੁਤਾਜ ਨਹੀਂ, ਕਿਉਂਕਿ ਦੂਰਦਰਸ਼ਨ ਔਰ ਅਖਬਾਰਾਂ ਦੇ ਰਾਹੀਂ ਔਰ ਨਿਊਜ਼ਪੇਪਰ ਦੇ ਰਾਹੀਂ ਜਾਂ ਫਿਰ ਮੈਗਜ਼ੀਨਾਂ ਦੇ ਰਾਹੀਂ ਆਪ ਜੀ ਇਹਨਾਂ ਨੂੰ ਹਮੇਸ਼ਾ ਹੀ ਸੁਣਦੇ ਰਹੇ ਹੋ ਔਰ ਪੜ੍ਹਦੇ ਰਹੇ ਹੋ। ਅਤੇ ਅੱਜ ਸਾਡੇ ਵਿੱਚ ਨੇ ਸ਼੍ਰੀ ਸਤਨਾਮ ਚਾਨਾ ਜੀ, ਔਰ ਮੈਂ ਔਨ ਸਕਾਈ ਰੇਡੀਓ TV ਦੀ ਪੂਰੀ ਟੀਮ ਵੱਲੋਂ ਚਾਨਾ ਜੀ ਦਾ ਬਹੁਤ ਬਹੁਤ ਸਵਾਗਤ ਕਰਦਾ। ਇਹਨਾਂ ਨੇ ਕਿੱਥੋਂ ਆਪਣਾ ਸਫ਼ਰ, ਕਿਹੜੇ ਪਿੰਡ, ਕਿਹੜੀ ਧਰਤੀ, ਕਿਹੜੇ ਘਰ ਦੇ ਵਿੱਚੋਂ ਜਿਹੜਾ ਸਫ਼ਰ ਸ਼ੁਰੂ ਕੀਤਾ ਔਰ ਹੌਲੀ ਹੌਲੀ ਚਾਨਾ ਜੀ ਜਿਹੜੇ ਉਹ ਤਰੱਕੀ ਕਰਦੇ ਇੱਥੋਂ ਤੱਕ ਪਹੁੰਚੇ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਆਪਣੇ ਦਰਸ਼ਕਾਂ ਔਰ ਸਰੋਤਿਆਂ ਨਾਲ ਤੁਸੀਂ ਆਪਣਾ ਸਫ਼ਰ, ਜਿਹੜਾ ਮੁੱਢਲਾ ਸਫ਼ਰ ਆ, ਉਹਨੂੰ ਸਾਂਝਾ ਕਰੋ ਜੀ। ਚਾਨਾ ਜੀ। ਡਾਕਟਰ ਸਾਹਿਬ, ਇਹ ਬਹੁਤ ਔਖਾ ਹੁੰਦਾ ਹੈ ਕਿ ਸਾਰਾ ਕੁਝ ਤੁਸੀਂ ਯਾਦ ਕਰਨਾ ਸ਼ੁਰੂ ਕਰੋ ਤੇ ਫਿਰ ਕਿੱਥੋਂ ਸ਼ੁਰੂ ਕਰੋ, ਕਿੱਥੇ ਉਹਨੂੰ ਛੱਡੋ। ਠੀਕ। ਪਰ ਮੈਂ ਮੋਟੇ ਤੌਰ ਤੇ ਦੱਸ ਦਿੰਦਾ ਕਿ ਮੈਂ ਨਕੋਦਰ ਦੇ ਨਾਲ ਮੇਰਾ ਪਿੰਡ ਹੈਗਾ ਵੀਰ ਪਿੰਡ, ਉੱਥੇ ਪੈਦਾ ਹੋਇਆ ਸੀ। ਅੱਛਾ ਜੀ। ਜੰਡਿਆਲੇ ਮੇਰੇ ਨਾਨਕੇ ਆ, ਉੱਥੇ ਮੈਂ ਜ਼ਿਆਦਾ ਪਲਿਆ ਤੇ ਜੰਡਿਆਲਾ ਹੀ ਮੇਰੀਆਂ ਰਗਾਂ ਦੇ ਵਿੱਚ ਜਿਹੜਾ ਨਾ ਵਸਿਆ ਹੋਇਆ ਸੰਚਾਰ ਕਰ ਰਿਹਾ ਮੇਰੇ ਖੂਨ ਦੇ ਵਿੱਚ, ਕਿਉਂਕਿ ਉੱਥੋਂ ਹੀ ਜੋ ਮੈਂ ਸਿੱਖਿਆ ਲਈ ਉਹ ਜੰਡਿਆਲੇ 'ਚੋਂ ਲਈ। ਇੱਕ ਐਸਾ ਪਿੰਡ ਹੈ ਜਿਹੜਾ ਦੇਸ਼ ਭਗਤਾਂ ਦਾ ਪਿੰਡ ਹੈ, ਜਿਹਦੇ 90 ਤੋਂ ਵੱਧ ਜਿਹੜੇ ਦੇਸ਼ ਭਗਤ ਉਸ ਪਿੰਡ ਦੇ ਵਿੱਚ ਹੋਏ ਆ। ਫਿਰ ਪਹਿਲਾਂ ਸਕੂਲ ਸੀ, ਫਿਰ ਥੋੜ੍ਹੀ ਦੇਰ ਮੈਂ ਫਗਵਾੜਾ ਪੜ੍ਹਿਆ, ਇੰਜੀਨੀਅਰਿੰਗ 'ਚ ਜਾਣ ਦਾ ਇਰਾਦਾ ਸੀ, ਪਰ ਉਹ ਸਿਵਲ ਇੰਜੀਨੀਅਰਿੰਗ ਜਾਂ ਡਿਪਲੋਮਾ ਉੱਥੋਂ ਛੱਡ ਕੇ MR ਕਰਨ ਤੋਂ ਫਿਰ ਮੈਂ ਇੱਥੇ ਕਾਲਜ ਸ਼ੁਰੂ ਹੋ ਗਿਆ ਜੰਡਿਆਲੇ। ਅੱਛਾ ਜੀ। ਅਤੇ ਮੈਂ ਆਪਣਾ ਮਨ ਬਣਾਇਆ ਕਿ ਵੀ ਮੈਂ ਕਾਲਜ ਜੁਆਇਨ ਕਰਾਂ, ਅਤੇ ਸੰਤ ਸਿੰਘ ਸੇਖੋਂ ਵੀ ਮੇਰੇ ਪ੍ਰਿੰਸੀਪਲ ਰਹੇ ਆ। ਸਾਹਿਤ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਉਹ ਬਾਬਾ ਬੋੜ ਨੇ ਸਾਹਿਤ ਦੇ। ਸੋ ਇਸ ਤਰ੍ਹਾਂ ਸਾਹਿਤ ਦੀ ਚੇਟਕ ਜੰਡਿਆਲਾ ਕਾਲਜ ਤੋਂ ਲੱਗੀ। ਮੁੱਢਲੇ ਸਾਲਾਂ ਵਿੱਚ ਹੀ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ ਅਤੇ ਮੈਨੂੰ ਬੜੀ ਇਸ ਗੱਲ ਦੀ ਬੜੀ ਖੁਸ਼ੀ ਹੋਈ, ਜਾਂ ਮੈਨੂੰ ਅਸਲ 'ਚ ਅੰਦਾਜ਼ਾ ਨਹੀਂ ਸੀ ਕਿ ਕਿੱਡਾ ਵੱਡਾ ਕੰਮ ਹੋ ਗਿਆ। ਇੱਕ ਪੋਇਟਿਕ ਕੰਪੀਟੀਸ਼ਨ ਦੇ ਵਿੱਚ ਮੈਂ ਗਿਆ ਹੋਇਆ ਸੀ ਅੰਮ੍ਰਿਤਸਰ, ਅਤੇ ਨਵਤੇਜ ਜੀ ਉੱਥੇ ਸੀਗੇ ਜੱਜ। ਅੱਛਾ ਜੀ। ਉਹ ਜਦੋਂ ਚਾਹ ਪਾਣੀ ਪੀਣ ਲੱਗੇ ਬਾਅਦ 'ਚ ਕਹਿੰਦੇ ਮੈਨੂੰ ਕਵਿਤਾ ਦੇ ਦੇ। ਮੈਂ ਸੋਚਿਆ ਕਵਿਤਾ ਕਿਉਂ ਮਰੀ ਮੰਗ ਰਹੇ ਹੈ ਨਾ। ਅਤੇ ਉਹ ਤੋਂ ਬਾਅਦ ਮੈਂ ਦੇਖਿਆ ਕਿ ਉਹ ਪ੍ਰੀਤ ਲੜੀ 'ਚ ਮੇਰੀ ਪੋਇਮ ਛਪੀ ਹੋਈ ਸੀ, ਜਿਹਦਾ ਮੈਨੂੰ ਕੋਈ ਚੇਤਾ ਵੀ ਨਹੀਂ ਸੀ। ਉਹਨਾਂ ਦਿਨਾਂ 'ਚ ਪ੍ਰੀਤ ਲੜੀ 'ਚ ਛਪਣਾ ਜਿਹੜਾ ਆਪਣੇ ਆਪ 'ਚ ਬਹੁਤ ਮਾਣ ਵਾਲੀ ਗੱਲ, ਬਹੁਤ ਸਤਿਕਾਰਤ ਦਾ ਪੇਪਰ ਹੁੰਦਾ ਸੀਗਾ ਉਹ। ਅਤੇ ਇੱਦਾਂ ਫਿਰ ਮੈਨੂੰ ਇਹ ਲੱਗਿਆ ਕਿ ਸ਼ਾਇਦ ਮੇਰੇ 'ਚ ਪੋਇਟਰੀ ਵੀ ਹੈਗੀ ਆ। ਫਿਰ ਪੋਇਟਰੀ ਲਿਖਦੇ ਰਹੇ, ਛਪਦੀਆਂ ਰਹੀਆਂ, ਮੈਗਜ਼ੀਨ 'ਚ ਛਪਦੀਆਂ ਰਹੀਆਂ। ਲੇਕਿਨ ਬਹੁਤਾ ਕੰਮ ਇਹ ਹੋਇਆ ਕਿ ਇੱਕ ਇਨਕਲਾਬੀ ਇਲਾਕਾ ਅਤੇ ਇਨਕਲਾਬੀ ਪਿੰਡ ਦੇ ਵਿੱਚ ਜੰਮ ਪਲ ਕੇ ਜਿਹੜਾ ਚੇਟਕ ਲੱਗੀ ਅਤੇ ਮੈਂ ਸਟੂਡੈਂਟ ਲੀਡਰ ਬਣ ਗਿਆ। ਉਹ ਮੈਨੂੰ ਇਹ ਸੀਗਾ ਕਿ ਵਿਦਿਆਰਥੀਆਂ ਦੀ ਭਲਾਈ ਦੇ ਲਈ ਜੀਵਨ ਜਿਹੜਾ ਨਾ ਹੋ ਇਸ ਪਾਸੇ ਵੀ ਲਾਉਣਾ ਚਾਹੀਦਾ ਹੈ। ਪਹਿਲਾਂ ਜ਼ਿਲ੍ਹੇ ਦਾ ਜਨਰਲ ਸੈਕਟਰੀ ਬਣ ਗਿਆ ਮੈਂ, ਆਲ ਇੰਡੀਆ ਸਮੂਹ ਫੈਡਰੇਸ਼ਨ ਦਾ, ਫਿਰ ਪੰਜਾਬ ਦਾ ਬਣ ਗਿਆ। ਇਸ ਤਰ੍ਹਾਂ ਆਪਣੇ ਕਾਰਜ ਨੂੰ ਕਰਦਾ ਮੈਂ ਇੰਟਰਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦਾ ਸੈਕਟਰੀ। ਅਤੇ ਮੈਨੂੰ ਫਖਰ ਇਸ ਗੱਲ ਦਾ ਹੈ ਕਿ ਮੈਂ ਪਹਿਲਾ ਪੰਜਾਬੀ ਸੀ ਜਿਹੜਾ ਉੱਥੇ ਪਹੁੰਚਿਆ, ਅਤੇ ਉਹ ਤੋਂ ਬਾਅਦ ਵੀ ਕੋਈ ਨਹੀਂ ਗਿਆ। ਇਸ ਤਰ੍ਹਾਂ ਮੈਂ ਉੱਥੇ ਸਟੂਡੈਂਟ ਮੂਵਮੈਂਟ ਦੇ ਵਿੱਚ ਆਪਣੇ ਕਾਲਜ ਦੀ ਸਟੂਡੈਂਟ ਮੂਵਮੈਂਟ ਤੋਂ ਲੈ ਕੇ ਜ਼ਿਲ੍ਹੇ ਦੀ, ਪੰਜਾਬ ਦੀ ਅਤੇ ਫਿਰ ਇੰਟਰਨੈਸ਼ਨਲ ਦੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਗਿਆ। ਉਹਦੇ ਤੋਂ ਮੈਂ ਸਿੱਖਿਆ ਬਹੁਤ, ਕਿਉਂਕਿ ਉਹ ਆਫਿਸ ਐਸਾ ਸੀ ਜਿਹਦੇ 'ਚ 27 ਦੇਸ਼ਾਂ ਦੇ ਪ੍ਰਤੀਨਿਧ ਰੈਗੂਲਰ ਆਫਿਸ ਅਟੈਂਡ ਕਰਦੇ ਸੀ, ਅਤੇ ਤਕਰੀਬਨ ਮੈਂ ਮਹੀਨੇ 'ਚ 15 ਦਿਨ ਜਹਾਜ਼ 'ਚ ਹੀ ਰਹਿੰਦਾ ਹੁੰਦਾ ਸੀਗਾ, ਕਿਉਂਕਿ ਕਦੇ ਕਿਸੇ ਦੇਸ਼ ਵਿੱਚ ਕਦੇ ਕਿਸੇ ਦੇਸ਼ ਵਿੱਚ ਇਸ ਤਰ੍ਹਾਂ ਲਰਨ ਕਰਨ ਦਾ ਬਹੁਤ ਮੌਕਾ ਮਿਲਿਆ। ਉੱਥੋਂ ਇੱਕ ਮੈਗਜ਼ੀਨ ਵੀ ਛਪਦਾ ਹੁੰਦਾ ਸੀ, ਮੈਂ ਉਹਦਾ ਚੀਫ ਐਡੀਟਰ ਸੀ ਅਤੇ ਡਿਪਟੀ ਹੈੱਡ ਸੀ ਏਸ਼ੀਅਨ ਕਮਿਸ਼ਨ ਦਾ। ਔਰ ਮੈਂ ਆਪਣੇ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਾਂ ਕਿ ਜਿਹੜਾ ਵਿਦਿਆਰਥੀਆਂ ਲਈ ਸਭ ਤੋਂ ਪਹਿਲਾਂ ਮੈਗਜ਼ੀਨ 1972 ਦੇ ਵਿੱਚ ਨਿਕਲਿਆ, ਚਾਨਾ ਜੀ ਉਹਦੇ ਐਡੀਟਰ ਸੀਗੇ, ਔਰ ਵਿਦਿਆਰਥੀਆਂ ਦਾ ਪਹਿਲਾ ਮੈਗਜ਼ੀਨ ਸੀ ਉਹ, ਜਿਹੜਾ ਇਹਨਾਂ ਨੇ ਉਹ ਆਪਣੇ ਹਿਸਾਬ ਦੇ ਨਾਲ ਉਹਨੂੰ ਜਿਹੜਾ ਸੀ ਐਡਿਟ ਕੀਤਾ, ਔਰ ਉਹ ਪਹਿਲਾ ਮੈਗਜ਼ੀਨ ਵਿਦਿਆਰਥੀਆਂ ਦੇ ਸਾਹਮਣੇ ਵਿਦਿਆਰਥੀ ਜੀਵਨ ਉਹਦਾ ਨਾਂ ਸੀਗਾ। ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਵਿਦਿਆਰਥੀਆਂ ਦਾ ਕੋਈ ਮੈਗਜ਼ੀਨ ਨਹੀਂ ਹੁੰਦਾ ਸੀ।
ਤੇ ਮੇਰੇ ਨਾਲ ਜਿਹੜੇ ਅਸਿਸਟ ਕਰਦੇ ਹੁੰਦੇ ਸੀਗੇ ਉਹ ਵੀ ਬਾਅਦ 'ਚ ਬਹੁਤ ਵੱਡੇ ਜਰਨਲਿਸਟ ਤੇ ਰਾਈਟਰ ਬਣੇ। ਦਲਬੀਰ ਮੈਂ ਪੰਜਾਬੀ ਬਦਕਿਸਮਤੀ ਦੇ ਨਾਲ ਉਹ ਹੈ ਨਹੀਂ, ਲੇਕਿਨ ਉਹਨਾਂ ਦਾ ਵੀ ਇੱਕ ਚੰਗਾ ਉਦੋਂ ਕੰਟਰੀਬਿਊਸ਼ਨ ਸੀਗਾ ਮੈਗਜ਼ੀਨ ਨੂੰ ਚਲਾਉਣ ਦੇ ਵਿੱਚ। ਉਹ 'ਚ ਮੈਗਜ਼ੀਨ ਦੇ ਵਿੱਚ ਸਿਰਫ ਸਮੱਸਿਆਵਾਂ ਹੀ ਨਹੀਂ ਹੁੰਦੀਆਂ ਸੀਗੀਆਂ। ਮੈਂ ਦੇਖਿਆ ਇੱਕ ਦਿਨ ਕਿ ਅਚਾਨਕ ਹੀ ਸਾਨੂੰ ਜਸਵੀਰ ਸਿੰਘ ਭੁੱਲਰ ਦਾ ਆਰਟੀਕਲ ਆ ਗਿਆ। ਅੱਛਾ ਜੀ। ਫਿਰ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਕੁਝ ਕਰ ਰਹੇ ਹਾਂ। ਇਹਦਾ ਮਤਲਬ ਕਿ ਸਾਡੇ ਮੈਗਜ਼ੀਨ ਦਾ ਕੋਈ ਮਿਆਰ ਹੈ। ਉਹ ਦਿੱਲੀ ਹੁੰਦੇ ਸੀ। ਸੋ ਇਸ ਤਰ੍ਹਾਂ ਫਿਰ ਵੱਡੇ ਰਾਈਟਰ ਹੈ ਜਿਹੜੇ ਉਹ ਵੀ ਖੋਜ ਭਰਪੂਰ ਚੀਜ਼ਾਂ ਉਸ ਮੈਗਜ਼ੀਨ ਨੂੰ ਦੇਣ ਲੱਗ ਪਏ ਸੀ। ਸੋ ਇਸ ਤਰ੍ਹਾਂ ਸਮੱਸਿਆਵਾਂ ਤੋਂ ਲੈ ਕੇ ਇੱਕ ਵਿਚਾਰਧਾਰਕ ਲੈਵਲ ਤੱਕ ਦਾ ਉਹ ਮੈਗਜ਼ੀਨ ਜਿਹੜਾ ਨਾ ਉਹ ਸਾ ਫਿਰ ਉਸ ਤੋਂ ਬਾਅਦ ਫਿਰ ਉਹ ਕਾਫੀ ਦੇਰ ਚੱਲਿਆ, ਲੇਕਿਨ ਮਹਿੰਗਾਈ ਦੇ ਚੱਕਰ ਦੇ ਵਿੱਚ ਜਿਹੜਾ ਨਾ ਉਹ ਬਹੁਤੀ ਦੇਰ ਜਾਰੀ ਨਾ ਰਹਿ ਸਕਿਆ। ਖੈਰ ਉਹ ਇੱਕ ਇਹ ਮੰਨਿਆ ਜਾ ਸਕਦਾ ਕਿ ਜਰਨਲਿਜ਼ਮ ਦੇ ਵਿੱਚ ਮੇਰੀ ਇੱਕ ਤਰ੍ਹਾਂ ਦੇ ਨਾਲ ਐਂਟਰੀ ਸੀ। ਮੈਨੂੰ ਉਹ ਐਕਸਪੈਰੀਮੈਂਟ ਕਰਨ ਦਾ ਔਰ ਨਵੇਂ ਮਿਆਰ ਜਿਹੜੇ ਨਾ ਉਹਨਾਂ ਵੱਲ ਦੇਖਣ ਦਾ ਕਿ ਇਹ ਕੀਤੇ ਜਾ ਸਕਦੇ ਹੁੰਦੇ ਆ, ਉਹ ਮੌਕਾ ਮਿਲ ਗਿਆ। ਸੋ ਉਹਨੇ ਮੈਨੂੰ ਖੋਲ੍ਹ ਦਿੱਤਾ ਤੇ ਫਿਰ ਜਰਨਲਿਜ਼ਮ ਮੇਰਾ ਇਸ ਤਰ੍ਹਾਂ ਵੱਧਦਾ ਦੂਜੀਆਂ ਅਖਬਾਰਾਂ ਦੇ ਵਿੱਚ ਆਰਟੀਕਲ ਛਪਣੇ ਸ਼ੁਰੂ ਹੋ ਗਏ, ਰਿਵਿਊ ਛਪਣੇ। ਜਿਸ ਤਰ੍ਹਾਂ ਇਹ ਕਿ ਫਿਲਮਾਂ ਦੇ ਰਿਵਿਊ ਤੋਂ ਲੈ ਕੇ ਵਿਚਾਰਧਾਰਕ ਆਰਟੀਕਲਾਂ ਤੱਕ ਲਿਖਣ ਦਾ ਸ਼ੌਕ ਸੀਗਾ। ਦੂਸਰਾ ਇਹ ਕਿ ਮਾਹੌਲ ਐਸਾ ਸੀ, ਰਘਵੀਰ ਸਿਰਜਣਾ ਵੀ ਉੱਥੇ ਹੁੰਦੇ ਸੀਗੇ ਜੰਡਿਆਲੇ ਕਾਲਜ ਦੇ ਵਿੱਚ, ਉਹਨਾਂ ਦਾ ਵੀ ਬੜਾ ਇੰਸਪੀਰੇਸ਼ਨ ਹੁੰਦਾ ਸੀਗਾ। ਤੋ ਉਹਨਾਂ ਦਿਨਾਂ ਦੇ ਵਿੱਚ ਪਹਿਲੀ ਵਾਰੀ ਸੰਤ ਸਿੰਘ ਸੇਖੋਂ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਕਹਾਣੀ ਦਰਬਾਰ ਜਿਹੜਾ ਕਿ ਪਹਿਲਾਂ ਮੈਂ ਕਦੇ ਸੁਣਿਆ ਨਹੀਂ ਸੀ। ਕਵੀ ਦਰਬਾਰ ਹੁੰਦੇ ਰਹੇ, ਕਹਾਣੀ ਦਰਬਾਰ ਦੇ ਵਿੱਚ ਸਾਰੇ ਹੀ ਵੱਡੇ ਜਿੰਨੇ ਕਹਾਣੀਕਾਰ ਲੇਖਕ ਸੀਗੇ ਨਾ ਉਹਦੇ 'ਚ ਸ਼ਾਮਲ ਹੋਏ। ਆਪਣੀਆਂ ਸਟੇਜ 'ਤੇ ਬੈਠ ਕੇ ਉਹਨਾਂ ਨੇ ਕਹਾਣੀਆਂ ਪੜ੍ਹੀਆਂ, ਸੰਤੋਖ ਸਿੰਘ ਧੀਏ ਵਰਗੇ, ਕੁਲਵੰਤ ਸਿੰਘ ਵਿਰਕ ਵਰਗੇ। ਔਰ ਇਸ ਤਰ੍ਹਾਂ ਉਸ ਲੈਵਲ ਦੇ ਜਿਹੜੇ ਉਦੋਂ ਦੇ ਨਾਮੀ ਕਹਾਣੀਕਾਰ ਸੀਗੇ ਉਹ ਉੱਥੇ ਹਾਜ਼ਰ ਸੀਗੇ। ਪਹਿਲੀ ਵਾਰੀ ਉੱਥੇ ਹੀ ਮੈਨੂੰ ਮੌਕਾ ਮਿਲਿਆ ਸੀ ਸ਼ਿਵ ਕੁਮਾਰ ਬਟਾਲਵੀ ਦੇ ਨਾਲ ਵੀ, ਤੇ ਉਹ ਮੈਨੂੰ ਵੀ ਮੌਕਾ ਮੈਂ ਮਿਲਣਾ ਹੀ ਸੀ ਕਿਉਂਕਿ ਮੈਂ ਉਸ ਕਾਲਜ ਦਾ ਪੋਇਟ ਵੀ ਸੀਗਾ ਤੇ ਉਹਨੇ ਮੈਨੂੰ ਨਾ ਜੱਫੀ ਪਾ ਕੇ ਬੜਾ ਪਿਆਰ ਕੀਤਾ ਹੈ ਨਾ ਕਿ ਹੈ ਦਮ ਹੈ ਮੁੰਡੇ 'ਚ, ਇੱਦਾਂ ਦਾ ਕੋਈ ਸ਼ਬਦ ਕਿਹਾ। ਸੋ ਇਸ ਤਰ੍ਹਾਂ ਕਰਕੇ ਪੋਇਟਰੀ ਲਿਖਦੇ ਰਹੇ, ਕਹਾਣੀਆਂ ਵੀ ਲਿਖੀਆਂ, ਬਹੁਤੇ ਨਿਬੰਧ ਤੇ ਰਿਵਿਊ ਜਿਹੜੇ ਅਖਬਾਰਾਂ 'ਚ ਛਪਦੇ ਸੀ ਨਵੇਂ ਜ਼ਮਾਨੇ ਤੋਂ ਛਪਣਾ ਸ਼ੁਰੂ ਕੀਤਾ। ਫਿਰ ਵੱਡੀਆਂ ਦੂਜੀਆਂ ਅਖਬਾਰਾਂ ਵੀ, ਅਜੀਤ ਵਿੱਚ ਵੀ ਛਪਦੇ ਰਹੇ, ਪੰਜਾਬੀ ਟ੍ਰਿਬਿਊਨ 'ਚ ਵੀ ਜਦੋਂ ਸ਼ੁਰੂ ਹੋਇਆ ਉਹਦੇ 'ਚ ਵੀ ਛਪਦੇ ਰਹੇ। ਫਿਰ ਮੈਂ ਪੱਤਰਕਾਰੀ ਵੀ ਕੀਤੀ ਤੇ ਉਦੋਂ ਫਿਰ ਮੈਂ ਪੰਜਾਬੀ ਟ੍ਰਿਬਿਊਨ ਨੂੰ ਵੀ ਖਬਰਾਂ ਦੇਣੀਆਂ ਸ਼ੁਰੂ ਕੀਤੀਆਂ ਸੀਗੀਆਂ। ਉਸ ਤੋਂ ਫਿਰ ਇਲੈਕਟ੍ਰੋਨਿਕ ਮੀਡੀਆ ਵੱਲ ਜਿਹੜਾ ਨਾ ਮੈਂ ਆਪਣੇ ਦਰਸ਼ਕਾਂ ਨਾਲ ਗੱਲ ਸਾਂਝੀ ਕਰਾਂ ਕਿ ਅਸੀਂ ਪੰਜਾਬੀਅਤ ਦੀ ਗੱਲ ਕਰਦੇ ਹਾਂ ਔਰ ਵਿਰਾਸਤ ਦੀ ਗੱਲ ਕਰਦੇ ਹਾਂ। ਔਰ ਸਤਨਾਮ ਚਾਨਾ ਜੀ ਨੇ ਪੰਜਾਬੀ ਵਿਰਾਸਤ ਨੂੰ ਸਾਂਭਣ ਦੇ ਵਿੱਚ ਖਾਸ ਕਰਕੇ ਸੂਫੀਜ਼ਮ ਔਰ ਕਿੱਸਾ ਕਾਵਿ ਦੇ ਨਾਲ ਇਹਨਾਂ ਦੀਆਂ ਜੁੜੀਆਂ ਹੋਈਆਂ ਬਹੁਤ ਸਾਰੀਆਂ ਖੋਜਾਂ ਨੇ। ਔਰ ਸੂਫੀਜ਼ਮ ਦੇ ਨਾਲ ਜਦੋਂ ਅਸੀਂ ਦੂਰਦਰਸ਼ਨ ਦਾ ਪ੍ਰੋਗਰਾਮ ਦੇਖਦੇ ਸੀ ਤੇ ਉਹ ਪ੍ਰੋਗਰਾਮ ਅੱਜ ਵੀ ਲੋਕਾਂ ਦੇ ਦਿਲਾਂ 'ਚ ਆ। ਔਰ ਚਾਨਾ ਜੀ ਦੀ ਆਵਾਜ਼ ਜਿਹੜੀ ਆ ਉਹ ਮਿੱਠੀ ਆਵਾਜ਼ ਔਰ ਧੀਮੀ ਆਵਾਜ਼, ਉਹ ਮੈਨੂੰ ਲੱਗਦਾ ਸੀ ਵੀ ਵਾਕਿਆ ਹੀ ਇੱਕ ਸੂਫੀ ਵਾਤਾਵਰਨ ਕ੍ਰੀਏਟ ਕਰ ਰਹੀ ਆ। ਔਰ ਉਹ ਜਿਹੜਾ ਕਿੱਸਾ ਕਾਵਿ ਔਰ ਸੂਫੀ ਕਾਵਿ ਦਾ ਜਿਹੜਾ ਸਾਡੀ ਵਿਰਾਸਤ ਤੁਸੀਂ ਸਾਂਭੀ ਉਹਨਾਂ ਦਿਨਾਂ 'ਚ ਦੂਰਦਰਸ਼ਨ 'ਤੇ ਸਾਂਭੀ ਆ, ਉਹਦੇ ਬਾਰੇ ਸਾਨੂੰ ਆਪਣਾ ਜਿਹੜਾ ਸਫ਼ਰ ਉਹ ਵੀ ਸਾਡੇ ਨਾਲ ਸਾਂਝਾ ਕਰੋ, ਕਿਉਂਕਿ ਦਰਸ਼ਕ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਨੇ ਤੁਹਾਡੀਆਂ, ਪਰ ਚਾਨਾ ਜੀ ਨੂੰ ਜਦੋਂ ਦੂਰਦਰਸ਼ਨ 'ਤੇ ਦੇਖਦੇ ਆ ਨਾ, ਉਹ ਦੂਰਦਰਸ਼ਨ ਦੇ ਜਿਹੜੇ ਪ੍ਰੋਗਰਾਮ ਆ ਉਹਨਾਂ ਪ੍ਰੋਗਰਾਮਾਂ ਦੇ ਥਰੂ ਚਾਨਾ ਜੀ ਜਦੋਂ ਰੂਬਰੂ ਹੁੰਦੇ ਰਹੇ ਆ ਤਾਂ ਅੱਜ ਵੀ ਸਾਡੇ ਦਰਸ਼ਕਾਂ ਔਰ ਸਰੋਤਿਆਂ ਦੇ ਮਨਾਂ 'ਤੇ ਇੱਕ ਛਾਪ ਬਣੀ ਹੋਈ ਆ। ਜਿਵੇਂ ਮੈਂ ਵੀ ਆਪਣੇ ਆਪ 'ਚ ਇਹ ਮਹਿਸੂਸ ਕਰਦਾ ਕਿ ਉਦੋਂ ਮੈਂ ਜਦੋਂ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਤੇ ਮੇਰੇ ਅੱਜ ਵੀ ਸਾਹਮਣੇ ਚਾਨਾ ਜੀ ਕਿਸੇ ਵਿਰਾਸਤੀ ਮੋਨੂਮੈਂਟ ਦੇ ਸਾਹਮਣੇ ਖੜੇ ਆ ਔਰ ਕਿਸੇ ਸੂਫੀ ਪੋਇਟ ਬਾਰੇ ਦੱਸ ਰਿਹਾ, ਕਿਸੇ ਕਿੱਸਾ ਰਚਨਾ ਬਾਰੇ ਦੱਸ ਰਿਹਾ। ਉਹ ਕਿੱਸਾ ਰਚਨਾ ਔਰ ਉਹ ਜਿਹੜੀ ਵਿਰਾਸਤ ਤੁਸੀਂ ਸਾਂਭੀ ਆ, ਉਸ ਵਿਰਾਸਤ ਦਾ ਮਨ ਦੇ ਵਿੱਚ ਕਿਵੇਂ ਖਿਆਲ ਆਇਆ ਵੀ ਇਹ ਸਾਡਾ ਇੱਕ ਬਹੁਤ ਵੱਡਾ ਵਿਰਸਾ ਵਾ, ਇਹ ਸਾਡਾ ਇੱਕ ਵੱਡਾ ਜਿਹੜਾ ਸਾਡੀ ਬੈਕਗਰਾਊਂਡ ਆ, ਜਿੱਥੋਂ 11ਵੀਂ 12ਵੀਂ ਸਦੀ ਤੋਂ ਜਦੋਂ ਸ਼ੁਰੂ ਹੁੰਦੇ ਬਾਬਾ ਫਰੀਦ ਜੀ ਤੋਂ ਲੈ ਕੇ ਤੇ 18ਵੀਂ ਸਦੀ ਤੱਕ ਪਹੁੰਚ ਜਾਂਦੇ ਆ ਤੇ ਮੁੜ ਕੇ ਹੌਲੀ ਵਿਰਾਸਤ ਹਾਲੇ ਵੀ ਭਾਵੇਂ ਸਾਹ ਲੈ ਰਹੀ ਆ, ਪਰ ਉਹਨਾਂ ਦਿਨਾਂ ਜਿਹੜੇ ਉਸ ਯੁੱਗ ਤੋਂ ਲੈ ਕੇ ਉਸ ਯੁੱਗ ਤੱਕ ਦਾ ਜਿਹੜਾ ਤੁਸੀਂ ਉਹ ਸਫ਼ਰ ਤੈਅ ਕੀਤਾ,
ਉਹਦੇ ਬਾਰੇ ਚਾਹਨਾ ਜੀ ਸਾਡੇ ਸਰੋਤੇ ਉਤਸੁਕਤਾ ਨਾਲ ਇਸ ਪ੍ਰਸ਼ਨ ਨੂੰ ਜ਼ਰੂਰ ਜਿਹੜਾ ਉਹਦਾ ਉੱਤਰ ਤੁਹਾਡੇ ਕੋਲੋਂ ਉਡੀਕਣਗੇ। ਹਾਂਜੀ, ਕਿਉਂਕਿ ਸਾਹਿਤ ਦੇ ਨਾਲ ਬਹੁਤ ਡੂੰਘਾ ਲਗਾਓ ਹੋਣ ਕਰਕੇ, ਜਿੱਦਾਂ ਮੈਂ ਦੱਸਿਆ ਕਿ ਵੀ ਲਿਖਣ ਦਾ ਵੀ ਸ਼ੌਕ ਪੈ ਗਿਆ ਸੀਗਾ, ਕਿਉਂਕਿ ਪੜ੍ਹਨ ਤੋਂ ਬਾਅਦ ਹੀ ਲਿਖਣ ਦਾ ਸ਼ੌਕ ਪੈਂਦਾ ਆ ਜਦੋਂ ਅਸੀਂ ਸਾਹਿਤ ਦੂਸਰੇ ਵੱਡੇ ਲੇਖਕਾਂ ਦਾ ਪੜ੍ਹਦੇ ਹਾਂ। ਪਰ ਮੈਨੂੰ ਇੰਨਾ ਮਤਲਬ ਡੈਪਥ ਦੇ ਵਿੱਚ ਜਾ ਕੇ ਤੇ ਫਿਰ ਦੂਰਦਰਸ਼ਨ ਦੇ ਉੱਤੇ ਮੌਕਾ ਮਿਲੇਗਾ ਇਸ ਗੱਲ ਦਾ, ਇਹ ਮੈਂ ਕਦੇ ਮੇਰੇ ਦਿਮਾਗ 'ਚ ਮੈਂ ਸੋਚ ਹੀ ਨਹੀਂ ਸਕਦਾ ਸੀ। ਉੱਥੇ ਪਹੁੰਚਣ ਦੇ ਲਈ ਇੱਕ ਛੋਟੀ ਜਿਹੀ ਇੱਕ ਹੋਰ ਕਹਾਣੀ ਹੈਗੀ, 1.5 ਮਿੰਟ ਦੀ ਮੈਂ ਤੁਹਾਨੂੰ ਸੁਣਾ ਦੇਵਾਂ। ਹਾਂਜੀ ਹਾਂਜੀ ਹਾਂਜੀ। ਕਿ ਮੈਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੰਨਾ ਸਾਰਾ ਕੰਮ ਕਰਕੇ ਨਾ ਵਾਪਸ ਪਰਤ ਆਇਆ ਸੀ ਉਦੋਂ, ਜਦੋਂ ਮੇਰਾ ਦੂਰਦਰਸ਼ਨ ਦੇ ਨਾਲ ਵਾਸਤਾ ਜੁੜਿਆ। ਉਦੋਂ 75ਵੀਂ ਵਰ੍ਹੇਗੰਢ ਸਾਊਥ ਅਫਰੀਕਾ ਦੀ ਆਜ਼ਾਦੀ ਦੀ ਮਨਾਉਣ ਦੇ ਲਈ ਦਿੱਲੀ ਦੂਰਦਰਸ਼ਨ ਨੇ ਹੇਠਾਂ ਸਾਰੇ ਚੈਨਲਾਂ ਨੂੰ ਆਰਡਰ ਕੀਤੇ ਹੋਏ ਸੀਗੇ ਕਿ ਤੁਸੀਂ ਇਹਦੇ 'ਤੇ ਪ੍ਰੋਗਰਾਮ ਕਰਨੇ। ਉਹ ਪ੍ਰੋਗਰਾਮ ਸਵਿਤੋਜ ਨੇ ਲੈ ਲਿਆ, ਲੇਕਿਨ ਉਹ ਸ਼ਾਇਦ ਉਹਨੂੰ ਲੱਗਾ ਕਿ ਵੀ, ਤੇ ਅਮਿਤੋਜ ਜੀ ਉੱਥੇ ਕੱਚ ਦੀਆਂ ਮੁੰਦਰਾਂ ਕਰਦੇ ਹੁੰਦੇ ਉਹਨੇ ਉਹਨੂੰ ਕਿਹਾ ਕਿ ਤੂੰ ਯਾਰ ਚਾਨੇ ਕੋਲ ਚਲੇ ਜਾ। ਮਤਲਬ ਮੈਨੂੰ ਨਹੀਂ ਪਤਾ, ਜਿੱਦਾਂ ਉਹਨੇ ਦੱਸਿਆ ਉਹ ਮੈਨੂੰ ਕਹਿੰਦਾ ਉਹ ਆ ਗਿਆ ਹਾਂ ਕਿ ਉਹ ਮੈਨੂੰ ਕਿਹਾ ਕਿ ਵੀ ਮੇਰੇ ਨਾਲ ਉੱਥੋਂ ਨਮੀਬੀਆ ਦੇ ਕੋਈ ਸਾਥੀ ਕੰਮ ਕਰਦੇ ਹੁੰਦੇ ਸੀਗੇ, ਉਹ ਬਾਅਦ ਦੇ ਵਿੱਚ ਅੰਬੈਸੀ ਦੇ ਵਿੱਚ ਜਾ ਕੇ, ਤੇ ਉਹਨਾਂ ਦਾ ਜਿਹੜਾ ਕਲਚਰਲ ਆਫਿਸ ਸੀਗਾ ਉਹ ਆਸਫ ਅਲੀ ਰੋਡ ਤੇ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਤੁਸੀਂ ਉੱਥੇ ਚਲੇ ਜਾਓ, ਲੈਟਰ ਮੈਂ ਦੇ ਦਿੱਤੀ ਵੀ ਤੁਸੀਂ ਉਹਨਾਂ ਕੋਲੋਂ ਮਟੀਰੀਅਲ ਲਿਆਓ ਕਰਕੇ। ਮੈਂ ਲਿਖਿਆ ਉਹਦੇ, ਮੈਂ ਆਪਣੇ ਵੱਲੋਂ ਤਾਂ ਸਕ੍ਰਿਪਟ ਲਿਖੀ, ਮੈਂ ਉਹ ਤੋਂ ਬਾਅਦ ਮੈਂ ਭੁੱਲ ਗਿਆ ਵੀ ਮੈਂ ਕਰ ਦਿੱਤਾ, ਜਿਹੜਾ ਕੰਮ ਕਰਨਾ ਸੀਗਾ ਹੋ ਗਿਆ। ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਸਵਿਤੋਜ ਨੇ ਮੈਨੂੰ ਨਾ ਲੱਭਦੇ ਲਵਾਉਂਦੇ ਡਿਸਟ੍ਰਿਕਟ ਲਾਇਬ੍ਰੇਰੀ ਜਲੰਧਰ ਤੋਂ ਲੱਭ ਲਿਆ। ਕਹਿੰਦੇ ਅਸੀਂ ਤਾਂ ਲੱਭਦੇ ਹੋਏ ਘੰਟਾ ਹੋ ਗਿਆ, ਚੱਲ ਮੇਰੇ ਨਾਲ। ਤੇ ਸੁਰਿੰਦਰ ਸਾਹਨੀ ਜਿਹੜੇ ਕਿ ਬੜੇ ਸੀਨੀਅਰ ਸੀਗੇ ਪ੍ਰੋਡਿਊਸਰ ਸੀ, ਉਹ ਮੈਂ ਨਾ ਦੂਰਦਰਸ਼ਨ ਦੇ ਦਰਵਾਜ਼ੇ ਤੱਕ ਕੋਈ ਨਹੀਂ ਸੀ ਪਹੁੰਚਾ ਉਦੋਂ। ਉਹ ਮੈਨੂੰ ਅੰਦਰ ਲੈ ਗਿਆ, ਮੈਨੂੰ ਬੜਾ ਅਜੀਬ ਜਿਹਾ ਲੱਗੇ ਕਿ ਐਡੀਆਂ ਮਸ਼ੀਨਾਂ ਤੇ ਵੱਡਾ ਸਾਰਾ ਉਹ ਹੈ ਨਾ ਸਾਰਾ ਕੁਛ, ਮੈਂ ਝਗਾ ਚਾਹੁੰਦਾ। ਹਾਂਜੀ, ਜਿੱਥੇ ਐਡੀਟਿੰਗ ਕਰ ਰਿਹਾ ਸੀ ਉਹਨੂੰ ਉੱਥੇ ਲੈ ਗਏ। ਕਹਿੰਦੇ ਮੇਰੇ ਲਾਗੇ ਬਹਿ ਜਾ ਸੁਰਿੰਦਰ ਸਾਹਨੀ, ਕਹਿੰਦੇ ਉਹ ਮੈਂ ਬੈਠਾ ਰਿਹਾ, ਉਹ ਐਡੀਟਿੰਗ ਕਰਦਾ, ਕੁਛ ਪੁੱਛ ਲਿਆ ਕਰਨ, ਮੈਂ ਵੀ ਥੋੜ੍ਹਾ ਜਿੰਨਾ ਦੱਸਣਯੋਗ ਸੀ ਦੱਸਦਾ ਰਿਹਾ। ਉਹ ਜਦੋਂ ਮੈਂ ਦੇਖਦਾ ਰਿਹਾ ਤਾਂ ਮੈਨੂੰ ਲੱਗਾ ਕਿ ਵੀ ਇਹ ਤਾਂ ਮਾਮਲਾ ਹੀ ਹੋ ਰਿਹਾ ਹੈ ਨਾ। ਤੇ ਉਹਨਾਂ ਨੇ ਕਰ ਲਿਆ 22 ਮਿੰਟ ਦੀ ਡਾਕੂਮੈਂਟਰੀ, ਐਡਿਟ ਕਰ ਲਈ ਉਹਨਾਂ ਨੇ। ਉਹ ਜੋ ਮੈਂ ਲਿਖ ਕੇ ਦਿੱਤਾ ਸੀ, ਮੈਨੂੰ ਉੱਥੇ ਬੈਠੇ ਨੂੰ ਲੱਗਾ ਵੀ ਇਹਦਾ ਸਕ੍ਰਿਪਟ ਨਾਲ ਕੋਈ ਲੈਣਾ ਦੇਣਾ ਨਹੀਂ, ਇਹ ਸਕ੍ਰਿਪਟ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਪਰ ਉਹਨਾਂ ਨੇ ਉਹਨੂੰ ਪੜ੍ਹ ਕੇ ਹੀ ਉਹਨੂੰ ਐਡਿਟ ਕਰ ਲਿਆ। ਫਿਰ ਮੈਂ ਸਾਨੀ ਸਾਹਿਬ ਨੂੰ ਕਿਹਾ, ਮੈਂ ਕਿਹਾ ਸਾਨੀ ਸਾਹਿਬ ਮੈਂ ਹੁਣ ਇਹਦੀ ਕਮੈਂਟਰੀ ਲਿਖਾਂ। ਠੀਕ। ਉਹਨਾਂ ਨੇ ਟੇਢੇ ਜਿਹੇ ਹੋ ਕੇ ਮੇਰੇ ਵੱਲੋਂ ਦੇਖਿਆ, ਕਹਿੰਦੇ ਫਿਰ ਤਾਂ ਯਾਰ ਹਿਸਟਰੀ ਬਣ ਜਾਊਗੀ, ਕਰਾਂਗੇ ਕਿੰਨਾ ਟਾਈਮ ਹੈ? ਮੈਂ ਕਿਹਾ 1 ਘੰਟਾ ਦੇ ਦਿਓ। ਫਿਰ ਮੈਂ ਉਹਦੀ ਕਮੈਂਟਰੀ ਲਿਖੀ। ਠੀਕ। ਉਹ ਮੇਰਾ ਪਹਿਲਾ ਐਕਸਪੀਰੀਅੰਸ ਸੀਗਾ, ਪਹਿਲਾ ਹੀ ਪ੍ਰੋਗਰਾਮ ਸੀ। ਫਿਰ ਮੈਨੂੰ ਇਹ ਅਹਿਸਾਸ ਹੋਇਆ ਕਿ ਵੀ ਇਹ ਬਿਲਕੁਲ ਹੀ ਜਰਨਲਿਜ਼ਮ ਦੇ ਨਾਲ ਇੱਕ ਵੱਖਰਾ ਹੈਗਾ, ਵੱਖਰਾ ਮੀਡੀਅਮ ਆ, ਔਰ ਇਹਦੇ ਲਈ ਹੋਰ ਜ਼ਿਆਦਾ ਟੈਲੈਂਟ ਦੀ ਲੋੜ ਹੈਗੀ ਹੈ, ਜਿਸ 'ਚ ਤੁਹਾਨੂੰ ਵਿਜ਼ੂਅਲ ਵੀ ਸਮਝਣੇ ਪੈਂਦੇ ਆ, ਜਿਸ 'ਚ ਤੁਹਾਨੂੰ ਆਪਣੇ ਥਾਟਸ ਵੀ ਕਾਇਮ ਰੱਖਣੇ ਪੈਂਦੇ ਆ। ਇੱਦਾਂ ਮੇਰੀ ਐਂਟਰੀ ਜਾਣੀ ਉੱਥੇ ਹੋਈ। ਰਿਸਰਚ ਦਾ ਤਾਂ ਮੇਰੇ 'ਚ ਖੋਜ ਦਾ ਤਾਂ ਹੈਗਾ ਹੀ ਸੀ, ਸ਼ੁਰੂ ਤੋਂ ਹੀ ਸੀਗਾ। ਸੂਫੀਜ਼ਮ ਨੂੰ ਪੜ੍ਹਨਾ ਤੇ ਕਿੱਸੇ ਤੇ ਸਾਡਾ ਸਾਹਿਤ, ਬਾਬਾ ਸ਼ੇਖ ਫਰੀਦ ਜੀ ਦੇ ਨਾਲ ਮੇਰਾ ਬਹੁਤ ਉਹਨਾਂ ਦੀ ਪੰਜਾਬੀ ਮਤਲਬ ਮੈਨੂੰ ਲੱਗਦਾ ਰਹਿੰਦਾ ਵੀ ਜਦੋਂ ਅੱਜ ਹੀ ਲਿਖੀ ਹੈ, ਅੱਜ ਹੀ ਤੇ ਉਦੋਂ ਵੀ ਲੱਗਦਾ ਹੁੰਦਾ ਸੀਗਾ। ਉਹ ਬਾਈ ਚਾਂਸ ਇਹ ਸ਼ੁਰੂ ਹੋ ਗਿਆ ਕਿ ਇੱਥੇ ਸੂਫੀਜ਼ਮ ਦਾ ਨਾ ਇੰਟਰਨੈਸ਼ਨਲ ਕਾਨਫਰੰਸ ਸੀਗੀ ਇੰਡੀਆ ਦੇ ਵਿੱਚ। ਅੱਛਾ ਜੀ। ਦੁਨੀਆ ਭਰ ਦੇ ਸੂਫੀਆਂ ਨੇ ਇਕੱਠੇ ਹੋਣਾ ਸੀ। ਇੱਦਾਂ ਹੀ ਉਹ ਇੱਕ ਸੂਫੀਆਂ ਦੇ ਪ੍ਰੋਗਰਾਮ ਕਰਨ ਦਾ ਉੱਥੋਂ ਆਰਡਰ ਆਇਆ ਹੋਇਆ ਸੀਗਾ ਦਿੱਲੀ ਤੋਂ। ਫਿਰ ਮੈਨੂੰ ਉਹਨਾਂ ਨੇ ਇਨਵੋਲਵ ਕਰਕੇ ਨਾ ਸੂਫੀਜ਼ਮ ਦਾ ਪ੍ਰੋਗਰਾਮ ਜਦੋਂ ਸ਼ੁਰੂ ਕੀਤਾ, ਪਹਿਲਾਂ ਸੀ ਵੀ ਬਾਬਾ ਸ਼ੇਖ ਫਰੀਦ ਤੋਂ ਹੀ। ਅੱਛਾ ਜੀ। ਉਹ ਪਹਿਲਾ ਪ੍ਰੋਗਰਾਮ ਫਿਰ ਮੈਨੂੰ ਇਹ ਪਤਾ ਸੀ ਕਿ ਇਹਦੇ 'ਚ ਨਾ ਮੈਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਮੈਂ ਐਡਾ ਵੱਡਾ ਤਾਂ ਵਿਦਵਾਨ ਹੈ ਨਹੀਂ ਸੀ। ਮੇਰਾ ਤਾਂ ਇੰਟਰਸਟ ਸੀਗਾ ਸੂਫੀਜ਼ਮ ਦੇ ਵਿੱਚ, ਮੈਂ ਤਾਂ ਉਹਦੇ 'ਚ ਲਰਨ ਕਰ ਰਿਹਾ ਸੀ। ਪਰ ਜਿਹੜੇ ਆਪਣੇ ਬਹੁਤ ਹੀ ਉੱਚ ਪਾਏ ਦੇ ਜਿਹੜੇ ਖੋਜਕਾਰ ਜਿਹੜੇ ਸੂਫੀਜ਼ਮ ਦੇ ਸੀਗੇ, ਉਹਨਾਂ ਨੂੰ ਵੀ ਮੈਂ ਪਰਸਨਲੀ ਜਾਣਦਾ ਸੀ, ਤੇ ਕਈ ਇੱਦਾਂ ਦੇ ਵੀ ਮਾਫ ਕਰਨ ਵਾਲੇ ਵੀ ਨਹੀਂ ਸੀ।
ਸੋ ਇਸ ਕਰਕੇ ਇੱਕ ਵਾਰੀ ਜਗਤਾਰ ਨੇ ਬੜਾ ਘੇਰ ਲਿਆ ਉਹਨੂੰ, ਤੋਂ ਇਹਨੂੰ ਘੇਰ ਲਿਆ ਜਦੋਂ ਬੁੱਲੇ ਸ਼ਾਹ ਕੀਤਾ ਤੇ ਵੀ ਤੁਸੀਂ ਐਂ ਕਰ ਦਿੱਤਾ ਹਨਾ। ਉਹ ਕਹਿੰਦੇ ਥੱਲੇ ਬੈਠਾ ਯਾਰ, ਉਹਦੇ ਨਾਲ ਜਾ ਕੇ ਗੱਲ ਕਰ ਲੈ, ਕੰਟੀਨ ਦੇ ਵਿੱਚ ਬੈਠਾ ਨਾ ਗੱਲ। ਸੋ ਮੈਂ ਪਹਿਲਾਂ ਤੋਂ ਹੀ ਕੋਸ਼ਿਸ਼ ਸੀਗਾ ਵੀ ਇਹਨੂੰ ਬਹੁਤ ਇਨ ਡੈਪਥ ਸਟੱਡੀ ਕਰਕੇ ਆ। ਫਿਰ ਮੈਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਮੇਰੇ ਨਾਲ ਮੇਰੇ ਮਿੱਤਰ ਤਾਂ ਨਹੀਂ ਸੀ, ਪਰ ਮੈਨੂੰ ਜਾਣਨ ਵਾਲੇ ਮੇਰੇ ਸੀਨੀਅਰ ਬੰਦੇ ਨੇ ਜਦੋਂ ਮੈਨੂੰ ਇਹ ਕਿਹਾ, ਜਦੋਂ ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਡਾਕਟਰ ਸੀਗੇ, ਵੀ ਯਾਰ ਇਹ ਜਿਹੜਾ ਤੂੰ ਕਰ ਰਿਹਾ ਨਾ ਇਹਨੂੰ ਛਪਵਾ ਦੇ, ਸਾਡੇ ਸਟੂਡੈਂਟਸ ਦੇ ਕੰਮ ਆ ਜਾਊਗਾ। ਬਿਲਕੁਲ ਜੀ, ਬਿਲਕੁਲ। ਕਰ ਤਾਂ ਮੇਰੇ ਕੋਲ ਨਾ ਹੋਇਆ, ਪਰ ਫਿਰ ਮੈਨੂੰ ਪਤਾ ਲੱਗਿਆ ਵੀ ਜਦੋਂ ਪ੍ਰੋਗਰਾਮ ਆਉਣਾ ਹੁੰਦਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਅਨਾਉਂਸ ਕਰਦੇ ਸੀਗੇ ਕਲਾਸ ਦੇ ਵਿੱਚ ਕਿ ਵੀ ਦੇਖ ਕੇ ਆਇਓ, ਡਿਸਕਸ਼ਨ ਹੋਊਗੀ। ਸੋ ਇਸ ਕਰਕੇ ਮੈਨੂੰ ਇਹ ਇੱਕ ਹੋਰ ਚੈਲੰਜ ਸੀਗਾ ਕਿ ਵੀ ਹੁਣ ਕੋਈ ਗੱਲ ਐਸੀ ਕੁਛ ਰਹਿ ਨਾ ਜਾਵੇ। ਸੋ ਦੈਨ ਮੈਨੂੰ ਵੀ ਆਪ ਵੀ ਸੂਫੀਜ਼ਮ ਦੇ ਵਿੱਚ ਵੜਨ ਦਾ ਮੌਕਾ ਜਿਹੜਾ ਉਦੋਂ ਮਿਲਿਆ ਜਦੋਂ ਉਹ ਪਹਿਲਾ ਸੀਰੀਅਲ ਚੱਲਿਆ। ਫਿਰ ਉਹ ਨਾਲ ਜਿਹੜੇ ਸਾਡੇ ਫੋਕ ਰੋਮਾਂਸਸ ਹੈਗੇ ਕਿੱਸਿਆਂ ਦੇ ਬਾਰੇ, ਉਹ ਇੱਦਾਂ ਨਹੀਂ ਸੀ ਕੀਤਾ ਜਾਂਦਾ। ਉਹਦਾ ਜਿਹੜਾ ਕੰਟੈਂਟ ਸੀ ਨਾ ਸੂਫੀਜ਼ਮ ਦਾ ਵੀ, ਇੱਕ ਪ੍ਰੋਗਰਾਮ ਦੇ ਵਿੱਚ ਇੱਕ ਸੂਫੀ ਨੂੰ ਲਿਆ ਹੀ ਨਹੀਂ ਜਾ ਸਕਦਾ। ਅੱਧੇ ਘੰਟੇ ਦੇ ਵਿੱਚ ਤੁਸੀਂ, ਅੱਧਾ ਵੀ ਨਹੀਂ ਹੁੰਦਾ ਸੀਗਾ, 22-23 ਮਿੰਟ ਦਾ ਹੀ ਹੁੰਦਾ ਸੀ। ਉਹਦੇ ਵਿੱਚ ਸੀਗਾ ਕਿ ਉਹਦਾ ਐਨਾਲਿਟੀਕਲ ਹੁੰਦਾ ਸੀ ਸਾਰਾ ਕੁਝ। ਤੋ ਉਹ ਆਲੋਚਨਾਤਮਕ ਐਂਗਲ ਤੋਂ ਹੀ ਫਿਰ ਤੁਸੀਂ ਮਾਸ ਮੀਡੀਆ ਤੇ ਆਮ ਲੋਕ ਵੀ ਦਰਸ਼ਕ ਹੈਗੇ ਆ, ਤੁਸੀਂ ਉਹਨੂੰ ਆਲੋਚਨਾਤਮਕ ਲੈਵਲ ਉੱਤੇ, ਉਹ ਬੜਾ ਇੱਕ ਕਠਿਨ ਕੰਮ ਸੀਗਾ ਹਨਾ, ਤੇ ਬੜਾ ਚੈਲੰਜਿੰਗ ਸੀਗਾ ਕਿ ਤੁਸੀਂ ਆਪ ਹੀ ਫੰਬਲ ਮਾਰ ਜਾਓ ਕਿਤੇ ਸਾਹਮਣੇ ਕੈਮਰੇ ਦੇ ਤੇ ਜਾਂ ਬਹੁਤ। ਸੋ ਇਸ ਤਰ੍ਹਾਂ ਕਰਕੇ ਫਿਰ ਉਹ ਦੂਸਰਾ ਜਦੋਂ ਸ਼ੁਰੂ ਹੋਇਆ ਉਹਦੇ ਵਿੱਚ ਵੀ ਇਹੀ ਸੀਗਾ। ਉਹ ਕਾਵਸ਼ਾ ਉਹਦਾ ਸੀਗਾ ਜਿਹੜਾ ਨਾ ਕੰਟੈਂਟ, ਉਹਦੇ ਤੇ ਹੀ ਗੱਲ ਕਰਦੇ ਸੀ ਵੀ ਇਹ ਕਿੱਸਾ ਦੇ ਪੈਦਾ ਹੋਣ ਦੀ ਬੈਕਗਰਾਉਂਡ ਕੀ ਹੈ। ਇਹ ਸਾਡੇ ਜਿਹੜਾ ਉਹਦੇ 'ਚ ਮਤਲਬ ਸੋਸ਼ੀਓਲੋਜੀਕਲ ਜਿਹੜਾ ਸੀ ਨਾ ਸਾਇੰਸ, ਉਹਦੇ ਸੰਦਰਭ ਦੇ ਵਿੱਚ ਰੱਖ ਕੇ ਉਹਦਾ ਐਨਾਲਿਸਿਸ ਕਰਦੇ ਸੀਗੇ ਵੀ ਇਹਦਾ ਅਰਥ ਕੀ ਹੈ। ਜੇ ਪੂਰਨ ਭਗਤ ਆ ਤਾਂ ਫਿਰ ਉਹਦਾ ਮਤਲਬ ਕਿ ਇਹ ਕਿਉਂ ਪੈਦਾ ਹੋਇਆ ਕਿੱਸਾ, ਕਿਹੋ ਜਿਹਾ ਸਮਾਜਿਕ ਰਿਲੇਸ਼ਨ ਜਿਹੜੇ ਨਾ ਉਹਨਾਂ 'ਚ ਤਬਦੀਲੀ ਆ ਰਹੀ ਸੀ, ਉਸ ਤਬਦੀਲੀ ਦੇ ਨੂੰ ਐਸਟੈਬਲਿਸ਼ ਕਰਨ ਦੇ ਲਈ ਜਿਹੜੀ ਯੋਗੀਆਂ ਦੀ ਭੂਮਿਕਾ ਸੀ ਵਗੈਰਾ ਵਗੈਰਾ। ਇੱਦਾਂ ਮਤਲਬ ਨਾ ਹਰ ਕਿਸੇ ਦਾ ਅਸੀਂ ਕਿਸੇ ਉਹ ਚੁੱਕੇ ਜਿਹੜੇ ਕਿਸੇ ਸਾਡੇ ਸਮਾਜ ਦੀ ਜਿਹੜੀ ਉਸਾਰੀ ਆ ਉਹਦੇ ਇਤਿਹਾਸ ਨੂੰ ਵਰਣਨ ਕਰਨ ਵਾਲੇ ਹੈ ਨਾ। ਸੋ ਇੱਦਾਂ ਉਹ ਸੂਫੀਜ਼ਮ ਦੇ ਪਹਿਲੇ ਜਿਹੜੇ ਬਾਬਾ ਫਰੀਦ ਤੋਂ ਲੈ ਕੇ ਤਾਂ ਗੁਲਾਮ ਫਰੀਦ ਤੱਕ ਉਹ ਚਲਾਇਆ, ਕੋਈ 12-13 ਮਹੀਨੇ ਚੱਲਦਾ ਰਿਹਾ। ਇਸੇ ਤਰ੍ਹਾਂ ਫਿਰ 1.5 ਸਾਲ ਦੂਸਰਾ ਸੀਰੀਅਲ ਚੱਲਦਾ ਰਿਹਾ। ਫਿਰ ਅਸੀਂ ਇੱਦਾਂ ਮਤਲਬ ਉਹ ਮਤਲਬ ਜਿੰਨੇ ਵੀ ਉਹ ਸੀਰੀਅਲ ਕੀਤੇ ਸਾਰੇ ਖੋਜ ਭਰਪੂਰ ਸੀਗੇ। ਫਿਰ ਕਾਵਸ਼ਾਰ ਕੀਤਾ ਸੀ ਹੈ ਨਾ। ਉਹ ਕਾਵਸ਼ਾਰ ਦੇ ਵਿੱਚ ਇਹ ਸੀਗਾ ਕਿ ਇੱਕ ਥਾਟ ਹੈ ਬਈ ਉਹਦਾ ਜਿਹੜਾ ਵਿਸ਼ਵੀ ਕੰਟੈਕਸਟ ਕੀ ਆ, ਦੂਸਰੀਆਂ ਜ਼ਬਾਨਾਂ ਦੇ ਵਿੱਚ ਇਸੇ ਚੀਜ਼ ਦੇ ਉੱਤੇ ਕੀ ਲਿਖਿਆ ਗਿਆ ਹੈ ਨਾ। ਇਹ ਮੈਨੂੰ ਆਈਡੀਆ ਤਾਂ ਆਇਆ, ਇਹ ਮੇਰੇ ਦਿਮਾਗ 'ਚ ਸੀਗਾ। ਉਦੋਂ ਤਾਂ ਪਤਾ ਵੀ ਨਹੀਂ ਸੀ ਵੀ ਮੈਂ ਦੂਰਦਰਸ਼ਨ, ਮੈਂ ਅਜੇ IU ਇੰਟਰਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਵਿੱਚ ਹੀ ਸੀਗਾ, ਚੈਕੋਸਲੋਵਾਕੀਆ ਸੀ ਮੈਂ। ਪੂਰਬੀ ਜਰਮਨ ਸੀ ਉਦੋਂ ਬਰਲਿਨ ਦੇ ਵਿੱਚ ਜਿਹੜਾ ਨਾ ਉਹ ਇੱਕ ਐਗਜ਼ੀਬਿਸ਼ਨ ਦੇਖਣ ਗਿਆ, ਤਾਂ ਉੱਥੇ ਇੱਕ ਸਕਲਪਚਰ ਬਣਿਆ ਹੋਇਆ ਸੀਗਾ। ਸਕਲਪਚਰ ਇਸ ਤਰ੍ਹਾਂ ਕਰਕੇ ਨਾ ਇੱਕ ਔਰਤ ਨੇ ਲੰਬੀ ਸਾਰੀ ਧੌਣ ਕਰਕੇ ਆਪਣੇ ਜਿਹੜਾ ਨਾ ਉਹ ਮੂੰਹ 'ਚ ਪਾਇਆ ਹੋਇਆ ਸੀਗਾ ਆਪਣੀ ਜਾਤੀ। ਮੈਨੂੰ ਸ਼ਿਵ ਕੁਮਾਰ ਦਾ ਉੱਥੇ ਯਾਦ ਆਇਆ ਵੀ ਇਹ ਤਾਂ ਮਿਲੇ ਵੀ ਨਹੀਂ ਹੋਣੇ ਨਾ ਸਕਲਪਚਰ ਤੇ ਨਾ ਸ਼ਿਵ ਕੁਮਾਰ। ਇਹ ਆਈਡੀਆ ਕਿੱਦਾਂ ਪ੍ਰਵੇਲ ਕਰਦਾ ਹੈ ਨਾ। ਅੱਜ ਦਾ ਦਿਉ ਵੀ ਕੈਸਾ ਦਿਉ ਹੈ, ਕੈਸੀ ਹੈ ਉਸਦੀ ਖੁਸ਼ਬੂ, ਆਪਣੀ ਆਪ ਗੁਲਾਈਆਂ ਚੁੰਮਦੀ ਭਾਜੋ ਵਿੱਚ ਨਾਰ ਜੰਗੋਈ। ਉਹ ਸਕਲਪਚਰ ਬਣਾ ਕੇ ਬੈਠਾ ਹੈ ਬੰਦਾ ਉੱਥੇ, ਇੱਕ ਦੂਜੇ ਨੂੰ ਜਾਣਦੇ ਨਹੀਂ ਆ। ਉਹ ਇਹ ਸੀਗਾ ਕਿ ਫਿਰ ਜਿਹੜਾ ਇੱਥੇ ਕੋਈ ਕਨਸੈਪਟ ਹੈਗਾ ਸਾਡਾ, ਫਾਰ ਐਗਜ਼ਾਮਪਲ ਮੁਹੱਬਤ ਦਾ ਕਨਸੈਪਟ ਹੈਗਾ ਪੋਇਟਰੀ ਦੇ ਵਿੱਚ, ਇਹ ਜਰਮਨ 'ਚ ਕੀ ਲਿਖਿਆ ਗਿਆ, ਸਪੈਨਿਸ਼ ਦੇ ਕਿਸੇ ਪੋਇਟ ਨੇ ਇਹਦੇ ਬਾਰੇ ਕੀ ਲਿਖਿਆ ਹੈ ਨਾ, ਦੂਜੇ ਦੇ ਤੇ ਸਾਡਾ ਉਸ ਨਾਲ ਕਿਸ ਤਰ੍ਹਾਂ ਉਹ ਕਾਵਸ਼ਾਰ ਮਤਲਬ ਇਸ ਲੈਵਲ ਦਾ। ਮੈਨੂੰ ਨਾ ਮਤਲਬ ਮੈਨੂੰ ਲੱਗਦਾ ਵੀ ਸਾਡੇ ਕੋਲ ਟਾਈਮ ਥੋੜਾ ਰਹਿ ਜਾਏਗਾ। ਅਸੀਂ ਚਾਨਾ ਸਾਹਿਬ ਤੋਂ ਬਹੁਤ ਕੁਝ ਪੁੱਛਣਾ ਚਾਹੁੰਦੇ ਹਾਂ। ਬੜੀਆਂ ਸਕ੍ਰਿਪਟ ਲਿਖੀਆਂ ਨੇ, ਫਿਲਮਾਂ ਦੇ ਡਾਇਲੌਗ ਲਿਖੇ ਨੇ, ਔਰ ਇਹ ਉਹ ਕਿਹੜੀਆਂ ਫਿਲਮਾਂ, ਕਿਹੜੇ ਡਾਇਲੌਗ, ਕਿਹੜੀ ਫਿਲਮ ਦੇ ਚਾਨਾ ਜੀ ਤੁਸੀਂ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝੇ ਕਰੋ। ਔਰ ਚੰਗੀਆਂ ਫਿਲਮਾਂ ਜਿਹੜੀਆਂ ਉਹਨਾਂ ਦੇ ਡਾਇਲੌਗ ਔਰ ਦਰਸ਼ਕਾਂ ਦੇ ਮਨਾਂ 'ਚ ਆ ਜਾਣਗੇ। ਐਡੀਟਰ ਬਹੁਤ ਵੱਡੇ ਰਹੇ, ਜਿਹਦੇ ਨਾਲ ਮੈਗਜ਼ੀਨ ਐਡਿਟ ਕੀਤੇ, ਅਖਬਾਰਾਂ ਨਵਾਂ ਜ਼ਮਾਨਾ 'ਚ ਕੰਮ ਕੀਤਾ, ਪੰਜਾਬੀ ਟ੍ਰਿਬਿਊਨ ਲਈ ਕੰਮ ਕੀਤਾ, ਵੱਡੀਆਂ ਅਖਬਾਰਾਂ ਸਾਰਿਆਂ ਲਈ ਕੰਮ ਕੀਤਾ।
ਔਰ ਫਿਲਮਾਂ ਦੀਆਂ ਜਿਹੜੀਆਂ ਸਕ੍ਰਿਪਟ ਲਿਖਣੀਆਂ ਬੜਾ ਔਖਾ ਕੰਮ ਆ, ਡਾਇਲੋਗ ਲਿਖਣੇ ਬੜੇ ਔਖੇ ਕੰਮ ਆ, ਸਾਰੀ ਚੀਜ਼ ਨੂੰ, ਸਾਰੇ ਕੰਟੈਂਟ ਨੂੰ, ਸਾਰਾ ਉਸ ਚਿੱਤਰ ਨੂੰ ਧਿਆਨ ਵਿੱਚ ਲੈ ਕੇ ਲਿਖਣੇ। ਔਰ ਕਿਹੜੀਆਂ ਫਿਲਮਾਂ ਚਾਹੁੰਦਾ ਜੀ ਜਿਨ੍ਹਾਂ ਲਈ ਤੁਸੀਂ ਜਿਹੜੇ ਡਾਇਲੋਗ ਜਾਂ ਸਕ੍ਰਿਪਟ ਲਿਖੀਆਂ ਨੇ ਉਹ ਵੀ ਸਾਡੇ ਦਰਸ਼ਕਾਂ ਔਰ ਸਰੋਤਿਆਂ ਨਾਲ ਸਾਂਝਾ ਕਰੋ ਜੀ। ਉਹ ਪਹਿਲੀ ਫਿਲਮ ਨਾ ਜਿਹਦੀ ਸਟੋਰੀ ਲਿਖੀ ਸੀ, ਹਾਂਜੀ, ਉਹ ਪੁਰਜਾ ਕੱਟ ਮਾਰੇ ਸੀ। ਹਾਂਜੀ, ਇਹਦੇ ਨਾਂ ਤੋਂ ਐਂ ਲੱਗਦਾ ਕਿ ਵੀ ਇਹ ਧਾਰਮਿਕ ਫਿਲਮ ਬਣੀ ਹੈ, ਪਰ ਉਹ ਐਦਾਂ ਨਹੀਂ ਸੀ। ਪੰਜਾਬ ਦੇ ਹਾਲਾਤ ਬਹੁਤ ਵਿਗੜੇ ਹੋਏ ਸੀ ਔਰ ਇਸ ਤਰ੍ਹਾਂ ਦੇ ਹਾਲਾਤ ਸੀਗੇ ਕਿ ਵੀ ਪਿੰਡਾਂ ਦੇ ਵਿੱਚੋਂ ਉਜਾੜਾ ਵੀ ਸ਼ੁਰੂ ਹੋ ਗਿਆ ਸੀਗਾ। ਉਹਦਾ ਜਿਹੜਾ ਇੱਕ ਹੀਰੋ ਆ ਨਾ, ਸਿੱਖ ਹੀਰੋ ਆ। ਇਹ ਸ਼ਾਇਦ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਵਿੱਚ ਬਹੁਤ ਘੱਟ ਇੱਦਾਂ ਉਦੋਂ ਬਣਨੀਆਂ ਸ਼ੁਰੂ ਹੋਈਆਂ ਹੋਣੀਆਂ ਜਿਹਦੇ 'ਚ ਸਿੱਖ ਹੀਰੋ, ਉਹ ਜਿਹੜਾ ਪਿੰਡ 'ਚੋਂ ਇੱਕ ਹਿੰਦੂ ਪਰਿਵਾਰ ਜਿਹਦੀ ਜ਼ਮੀਨ ਜਾਇਦਾਦ ਵੀ ਸੀ, ਉਹਨੂੰ ਉਜਾੜ ਕੇ ਉਹ ਉਹਨਾਂ ਨੂੰ ਦੁਬਾਰਾ ਆਪਣੇ ਪਿੰਡ 'ਚ ਵਸਾਉਣ ਦੀ ਲੜਾਈ ਲੜਦਾ ਹੈ ਨਾ। ਉਹਦੇ ਵਿੱਚ ਹੀ ਉਹਦੀ ਜਾਨ ਚਲੀ ਜਾਂਦੀ ਹੈ। ਠੀਕ ਹੈ। ਤਾਂ ਉਹ ਸਾਰੀ ਕਹਾਣੀ ਲਿਖੀ ਸੀ ਨਵੇਂ ਹਾਲਾਤ ਦੇ ਵਿੱਚ। ਅੱਛਾ ਜੀ। ਦੂਸਰੀ ਦੀ ਇਹ ਸੀਗਾ ਕਿ ਵੀ ਇਹ ਪੰਜਾਬ ਦਾ ਜਿਹੜਾ ਕਲਚਰ ਹੈ ਉਹ ਕਿਸ ਤਰ੍ਹਾਂ ਦਾ ਪੈਦਾ ਹੋ ਰਿਹਾ। ਸਾਡਾ ਆਪਣਾ ਓਰੀਜਨਲ ਕਲਚਰ ਜਿਹਦੇ ਵਿੱਚ ਜਿਹੜੇ ਖੇਤ ਮਜ਼ਦੂਰ ਹੈਗੇ ਆ, ਦੂਸਰੀਆਂ ਜ਼ੁਬਾਨਾਂ ਤੋਂ, ਦੂਸਰੇ ਸੂਬਿਆਂ ਤੋਂ ਆ ਕੇ ਇੱਥੇ ਕੰਮ ਕਰ ਰਹੇ ਆ, ਉਹਨਾਂ ਦਾ ਕਲਚਰ ਤੇ ਸਾਡਾ NRI ਦਾ ਕਲਚਰ, ਇਹ ਮਿਲ ਕੇ ਪੰਜਾਬ ਕਿਹੋ ਜਿਹਾ ਬਣ ਰਿਹਾ। ਉਹਦਾ ਥੀਮ ਇਦਾਂ ਦਾ ਸੀ। ਸਟੋਰੀ ਮੇਰੀ ਨਹੀਂ ਸੀਗੀ, ਲੇਕਿਨ ਮੈਂ ਉਹਦੇ ਡਾਇਲੋਗ ਲਿਖੇ ਸੀਗੇ। ਤੇ ਦਿਲਦਾਰਾ ਸੀ ਫਿਲਮ ਦਾ ਨਾਮ, ਹੈਵੀ ਬਜਟ ਦੀ ਫਿਲਮ ਸੀਗੀ। ਤੇ ਪਹਿਲੀ ਤੇ ਸਗੋਂ ਪੈਸੇ ਥੋੜੇ ਲੱਗੇ ਸੀ, ਪੈਸੇ ਉਹਨੇ ਬਹੁਤ ਕਮਾਏ। ਜਿਹੜੀ ਦੂਸਰੀ ਤੇ ਪੈਸੇ ਬਹੁਤ ਲੱਗੇ ਸੀਗੇ, ਲੇਕਿਨ ਉਹ ਜਿਹੜੇ ਪ੍ਰੋਡਿਊਸਰ ਜਿਹੜੇ ਐਕਸਪੀਰੀਅੰਸਡ ਇੱਦਾਂ ਬਾਅਦ 'ਚ ਬਣੇ ਨੇ। ਮਤਲਬ ਇਹ ਇੱਦਾਂ ਦੀਆਂ ਇਹ ਦੋ ਫਿਲਮਾਂ ਜਿਹੜੀਆਂ ਨਾ, ਜਿਹੜੀ ਮੇਰੀ ਐਂਟਰੀ ਹੋਈ, ਉਸ ਤੋਂ ਬਾਅਦ ਕੁਛ ਆਪਣੀਆਂ ਵੀ ਬਣਾਈਆਂ। ਤੇ ਹੁਣ ਲੇਟਲੀ ਆਪਾਂ ਲੰਬਾ ਨਾ ਹੋ ਜਾਵੇ, ਐਨੀਮੇਸ਼ਨ ਦੇ, ਕਿਉਂਕਿ ਜ਼ਮਾਨਾ ਐਨੀਮੇਸ਼ਨ ਵੱਲ ਨੂੰ ਜਾ ਰਿਹਾ, ਸਾਰਾ ਕੁਝ ਬਦਲ ਰਿਹਾ ਹੈ। ਉਸ ਐਨੀਮੇਸ਼ਨ ਦੇ ਵਿੱਚ ਜਿਹੜੀ ਮੈਨੂੰ ਇਹ ਸੀ ਕਿ ਹਾਂ, ਇਹ ਐਨੀਮੇਸ਼ਨ ਦਾ ਚਾਂਸ ਜਿਹੜਾ ਨਾ ਇਹਨੂੰ ਅਵੇਲ ਕਰਨਾ ਚਾਹੀਦਾ ਵੀ ਜਿਹੜਾ ਨਹੀਂ ਬਣਾਇਆ ਜਾ ਸਕਦਾ, ਫਿਲਮਾਇਆ ਨਹੀਂ ਜਾ ਸਕਦਾ, ਉਹ ਇਹਦੇ ਰਾਹੀਂ ਫਿਲਮਾਇਆ ਜਾ ਸਕਦਾ। ਉਹ 4 ਸਾਹਿਬਜ਼ਾਦੇ ਤੋਂ ਆਇਆ ਸੀ ਅਸਲ ਦੇ ਵਿੱਚ। ਮੈਂ ਉਹਦੀ ਬੜੀ ਪ੍ਰਸ਼ੰਸਾ ਕਰਦਾ ਬਵੰਜਾ ਸਾਹਿਬ ਦੀ, ਹੈ ਨਾ, ਮੈਂ ਉਹਦਾ ਬਹੁਤ ਪ੍ਰਸ਼ੰਸਕ ਹਾਂ। ਤੇ ਉਦੋਂ ਫਿਰ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਉੱਤੇ ਗੁਰੂ ਦਾ ਬੰਦਾ ਬਹੁਤ ਖੋਜ ਭਰਪੂਰ ਫਿਲਮ ਬਣਾਈ। ਬਿਲਕੁਲ ਜੀ। ਔਰ ਮੈਨੂੰ ਇਸ ਗੱਲ ਦਾ ਤਸੱਲੀ ਵੀ ਹੈਗੀ ਆ ਕਿ ਸਿੱਖ ਸਾਹਿਤ ਦੇ ਉੱਤੇ, ਸਿੱਖ ਧਰਮ ਦੇ ਉੱਤੇ ਬਣੀਆਂ ਹੋਈਆਂ ਫਿਲਮਾਂ ਆਮ ਤੌਰ 'ਤੇ ਕੰਟਰੋਵਰਸੀ 'ਚ ਰਹੀਆਂ, ਜਾਂ ਉਹਨਾਂ 'ਤੇ ਪਾਬੰਦੀ ਦੀ, ਜਾਂ ਉਹਦੇ 'ਤੇ ਅਨਕ। ਲੇਕਿਨ ਸਾਡੀ ਇਹ ਫਿਲਮ ਜਿਹੜੀ ਆ, ਉਹ ਸਾਨੂੰ ਫੋਨ ਆਉਂਦਾ ਹੁੰਦਾ ਆ ਕਿਸੇ ਨਾ ਕਿਸੇ ਪਾਸਿਓਂ, ਹਫ਼ਤੇ ਵਿੱਚ 2 ਵਾਰੀ 3 ਵਾਰੀ ਵੀ, ਮਹੀਨੇ ਦੇ ਵਿੱਚ ਉਹ ਕਿਸੇ ਨਾ ਕਿਸੇ ਚੈਨਲ ਦੇ ਉੱਤੇ ਸਾਡੀ ਫਿਲਮ ਚੱਲ ਰਹੀ ਹੁੰਦੀ ਆ। ਔਰ ਇੱਕ ਦਿਨ ਸਾਨੂੰ ਫੋਨ ਆ ਕਿ ਬਹੁਤ ਵੱਡਾ ਉੱਥੇ ਕੱਟ ਸੀਗਾ ਗੁਰਦੁਆਰਾ ਸਾਹਿਬ ਦਾ, ਤਾਂ ਉੱਥੇ ਉਹ ਕਹਿੰਦੇ ਉਸ ਐਕਟਰ ਨੇ ਕੰਮ ਕੀਤਾ ਹੋਇਆ ਉਹਦੇ 'ਚ, ਮਤਲਬ ਵਾਇਸ ਦਿੱਤੀ ਹੋਈ ਆ। ਉਹਦਾ ਫੋਨ ਆਇਆ, ਨਾਲੇ ਹੱਸੀ ਜਾ, ਨਾਲ ਕਹਿੰਦੇ ਆਪਣੀ ਫਿਲਮ ਚੱਲ ਰਹੀ ਹੈ, ਕਹਿੰਦੇ ਬਿਲਕੁਲ ਪ੍ਰੋਜੈਕਟਰ ਤੇ ਚਲਾਈ ਜਾਂਦੀ ਜੀ। ਅਸਲ 'ਚ ਇਹੀ ਵਿਰਾਸਤ। ਹੁਣ ਇੱਕ ਹੋਰ ਐਡ ਕਰ ਦੇਵਾਂ ਕਿ ਹੁਣ ਅਸੀਂ ਜਿਹੜੀ ਫਿਲਮ ਲੇਟਲੀ ਐਨੀਮੇਸ਼ਨ ਦੀ ਬਣਾਈ, ਉਹ ਡਾਕਟਰ BR ਅੰਬੇਡਕਰ ਦੇ, ਉਹ ਵੀ ਖੋਜ ਭਰਪੂਰ ਹੈਗੀ ਆ। ਸੋ ਇੱਦਾਂ ਦਾ ਮੈਨੂੰ ਬੜਾ ਵਧੀਆ ਲੱਗਦਾ ਕਿ ਵਾਕਿਆ ਹੀ ਵਿਰਾਸਤ ਜਿਹੜੀ ਆ, ਉਹ ਅਸਲੀ ਵਿਰਾਸਤੀ ਪੈੜਾ ਇਹਨਾਂ ਨੂੰ ਕਹਿੰਦੇ ਆ। ਤੁਸੀਂ ਇੱਕ ਨਵਾਂ ਜਿਹੜਾ ਕਨਸੈਪਟ ਵੀ ਲਿਆਂਦਾ ਔਰ ਖੋਜ ਵੀ ਕੀਤੀ, ਰਿਸਰਚ ਵੀ ਕੀਤੀ। ਔਰ ਨਾਲ ਹੀ ਚਾਹੁੰਦਾ ਜੀ, ਮੈਂ ਇੱਕ ਤੁਹਾਡਾ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ NRI ਸਭਾ ਨਾਲ ਵੀ ਜੁੜੇ ਰਹੇ ਹੋ, ਔਰ ਪੰਜਾਬ ਦੀ ਡਿਵੈਲਪਮੈਂਟ ਵਾਸਤੇ NRI ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ। ਔਰ ਉਹ ਯੋਗਦਾਨ ਜਿਹੜਾ ਤੁਸੀਂ ਉਹ ਪਿੰਡਾਂ 'ਚ ਜਾ ਕੇ ਜਦੋਂ ਸਰਵੇ ਕਰਾ ਕੇ ਕਰਦੇ ਰਹੇ ਹੋ, ਔਰ ਉਸ ਯੋਗਦਾਨ ਦੇ ਬਾਰੇ 'ਚ ਵੀ ਚੱਲਦੇ ਸਾਡੇ ਨਾਲ ਇੱਕ ਗੱਲ ਸਾਂਝੀ ਕਰੋ, ਫਿਰ ਆਪਾਂ ਦੂਰਦਰਸ਼ਨ 'ਤੇ ਆ ਜਾਵਾਂਗੇ। ਤੇ ਉਸ ਤੋਂ ਪਹਿਲਾਂ NRI ਸਭਾ ਬਾਰੇ। ਉਹ ਇਸ ਤਰ੍ਹਾਂ ਆ ਕਿ NRIs, ਕਿਉਂਕਿ ਜਦੋਂ ਮੈਂ ਉੱਥੇ ਇੰਟਰਨੈਸ਼ਨਲ ਯੂਨੀਅਨ ਆਫ ਸਟੂਡੈਂਟਸ ਦੇ ਵਿੱਚ ਕੰਮ ਕਰਦਾ ਹੁੰਦਾ ਸੀ, ਤਾਂ ਮੈਨੂੰ 50 ਤੋਂ ਵੱਧ ਦੇਸ਼ਾਂ ਦੇ ਵਿੱਚ ਉੱਥੋਂ ਦੀਆਂ ਯੂਨੀਅਨਾਂ ਦੇ ਸੱਦੇ ਦੇ ਉੱਤੇ ਜਾਣ ਦਾ ਮੌਕਾ ਮਿਲਿਆ। ਉੱਥੇ ਸਾਡੇ ਵੀ ਪੰਜਾਬੀ, ਦੂਜੇ ਇੰਡੀਅਨ ਜਿਹੜੇ NRI, ਉਹਨਾਂ ਨਾਲ ਵੀ ਮੇਲ ਮਿਲਾਪ ਹੋ ਜਾਂਦਾ ਸੀਗਾ, ਉਹਨਾਂ ਕੋਲ ਰਹਿਣ ਦਾ ਵੀ ਮੌਕਾ ਮਿਲ ਜਾਂਦਾ ਸੀ। ਤੋ ਉਹਨਾਂ ਨੂੰ ਇਸ ਤਰ੍ਹਾਂ ਦੇਖਦੇ ਸੀਗੇ। ਦੂਜਾ ਇਹ ਕਿ ਜਦੋਂ NRI ਸਭਾ ਜਦੋਂ ਬਣੀ ਆ, ਉਦੋਂ ਮੈਂ ਨਾਲ ਨਹੀਂ ਜੁੜਿਆ ਹੋਇਆ ਸੀਗਾ, ਮੈਨੂੰ ਬਾਅਦ ਦੇ ਵਿੱਚ ਉਹਦੇ 'ਚ ਇਨਵੋਲਵ ਕੀਤਾ ਗਿਆ। ਉਹ VK ਸ੍ਰੀਵਾਸਤਵਾ ਕਮਿਸ਼ਨਰ ਜਲੰਧਰ ਡਿਵੀਜ਼ਨ ਹੁੰਦੇ ਸੀ। ਉਹ ਸੀ ਤਾਂ ਮਤਲਬ UP ਤੋਂ, ਪਰ ਉਹਨਾਂ ਨੂੰ ਪੰਜਾਬੀ NRIs ਦੇ ਨਾਲ ਲਗਾਓ ਇੰਨਾ ਸੀ, ਐਂ ਲੱਗੀ ਜਾਵੇ ਉਹਨਾਂ ਨੂੰ ਲੱਗਦਾ, ਮੈਨੂੰ ਲੱਗੇ ਵੀ ਇਹਨਾਂ ਨੂੰ ਐਂ ਲੱਗਦਾ ਕਿ ਮੇਰੇ ਬਿਨਾਂ ਕੋਈ ਇਹਨਾਂ ਦਾ ਪੰਜਾਬ 'ਚ
ਹਨਾ ਵੀ ਮੈਂ ਇਹਨਾਂ ਦੇ ਹਿੱਤਾਂ ਦੀ ਰਾਖੀ ਮੈਂ ਕਰਨੀ ਆ, ਤੇ ਉਹ ਮੈਨੂੰ ਵੀ ਇਨਵੋਲਵ ਕਰ ਲਿਆ ਉਹਨਾਂ ਨੇ ਹਨਾ। ਫਿਰ ਉਹਦੇ ਵਿੱਚ ਜਿਹੜਾ ਇਹ ਸੀ ਵੀ ਉਹ ਇੱਕ ਬਹੁਤ ਵੱਡਾ ਪੋਟੈਂਸ਼ੀਅਲ ਹੈ ਜਿਹੜਾ ਸੀ ਤਾਂ ਕਿ ਪੰਜਾਬ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ, ਇੱਕ ਬੇਸਿਕ ਆਈਡੀਆ। ਪਰ ਜਿੰਨਾ ਚਿਰ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਨਹੀਂ ਨਾ ਡੀਲ ਕਰਾਂਗੇ, ਉਹਨਾਂ ਦਾ ਭਰੋਸਾ ਨਹੀਂ ਬਣੂਗਾ, ਤੇ ਉਨੀ ਦੇਰ ਫਿਰ ਇਹ ਨਹੀਂ ਹੋ ਸਕਦਾ। ਅਸੀਂ ਜਦੋਂ ਟੂਰ ਤੇ ਗਏ, ਮੈਂ ਉਹਨਾਂ ਨਾਲ ਟੂਰ ਤੇ ਵੀ ਗਿਆ ਸੀਗਾ, ਯੂਰਪ ਦੇ ਟੂਰ ਤੇ ਗਿਆ, ਅਮਰੀਕਾ, ਨਾਰਥ ਅਮਰੀਕਾ, ਕੈਨੇਡਾ, ਇੰਗਲੈਂਡ ਵਗੈਰਾ। ਉਦੋਂ ਅਸੀਂ ਇਸ ਗੱਲ 'ਚ ਸਫਲ ਹੋਏ, ਖਾਸ ਤੌਰ ਤੇ ਕਮਿਸ਼ਨਰ ਸਾਹਿਬ ਯਕੀਨ ਦਿਵਾਉਣ ਦੇ ਵਿੱਚ ਕਿ ਬਾਹਰੋਂ ਇੰਡਸਟਰੀ ਆਈ, ਆਪਣੇ NRIs ਨੇ ਛੋਟੇ ਇੰਡਸਟਰੀ ਲਾਉਣ। ਪਰ ਉਸ ਟਾਈਮ ਦੇ ਉੱਤੇ ਹੀ ਜਿਹੜਾ ਨਾ ਮੈਂ ਇੱਕ ਕੋਈ ਡਿਸਕਸ਼ਨ ਹੋ ਗਈ ਸੀ ਇਸ ਗੱਲ ਦੇ ਉੱਤੇ ਕਿ ਵੀ ਮੈਂ ਕਿਹਾ ਤੁਹਾਡਾ ਇਹ ਠੀਕ ਨਹੀਂ ਲੱਗਦਾ ਮੈਨੂੰ ਲੱਗਦਾ ਕਿ ਉਲਟਾ ਆ ਕੰਮ ਸੀ। ਫਿਰ ਮੈਂ 577 ਪਿੰਡਾਂ ਦਾ ਸਰਵੇ ਕੀਤਾ ਕਿ NRIs ਨੇ, ਜੇ 'ਚ ਉਹਨਾਂ ਦਾ ਲਾਲਚ ਕੋਈ ਨਹੀਂ, ਉਹਨਾਂ ਯੋਗਦਾਨ ਦਾਨ ਆ, ਉਹਨਾਂ ਨੇ ਦਾਨ ਕੀਤਾ, ਜਿਹਨੂੰ ਅਸੀਂ ਇਹ ਕਹਿੰਦੇ ਕਿ ਸੋਸ਼ਲ ਡਿਵੈਲਪਮੈਂਟ ਪ੍ਰੋਜੈਕਟਸ ਦੇ ਉੱਤੇ ਪੈਸਾ ਕਿੰਨਾ ਲਾਇਆ, ਜਿਹੜਾ ਉਹਨਾਂ ਨੇ ਆਪਣੇ ਭਰਾਵਾਂ ਭੈਣਾਂ ਨੂੰ ਟਰੈਕਟਰ ਖਰੀਦਣ ਦੇ ਲਈ ਉਹ ਨਹੀਂ ਵੇਚੇ, ਜਿਹੜੀਆਂ ਕੋਠੀਆਂ ਛੱਤੀਆਂ ਉਹ ਨਹੀਂ ਵੇਚੇ, ਔਰ ਹੈਲਥ ਐਜੂਕੇਸ਼ਨ ਜਿਹੜਾ ਪਬਲਿਕ ਦੇ ਆਪਣੇ ਐਂਗਲ ਤੋਂ ਵੀ ਆਪਣੇ ਪਿੰਡ ਸਵਾਰਨਾ ਆ, ਆਪਣਾ ਆਹ ਕਰਨਾ ਹੈ ਨਾ, ਉਹ ਜਿਹੜਾ ਪੈਸਾ ਲਾਇਆ ਉਹ ਮੈਂ ਬਰੀਕੀ ਦੇ ਨਾਲ ਬੰਦੇ ਬਹੁਤ ਸਾਰੇ ਲਾ ਕੇ ਉਹਦਾ ਸਰਵੇ ਕੀਤਾ 577 ਪਿੰਡਾਂ ਦਾ। ਜੇ ਕਿਸੇ ਨੇ ਇੱਕ ਨਲਕਾ ਵੀ ਲਵਾਇਆ ਸੀ ਉਹ ਵੀ ਰਜਿਸਟਰ ਕੀਤਾ। ਅੱਛਾ, ਉਹ ਐਡਾ ਵੱਡਾ ਅਮਾਊਂਟ ਨਿਕਲਿਆ ਜਿਹਦੇ ਵਿੱਚ ਇੱਕ ਪ੍ਰਪੋਜ਼ਲ ਬਣਾਈ ਗਈ। ਉਹਦੇ ਤੇ ਜਿਹੜਾ ਮੈਂ ਥੀਸਿਸ ਲਿਖਿਆ ਸੀਗਾ ਨਾ, ਉਹ ਇੱਕ ਇੰਡੀਅਨ ਡਾਇਸਪੋਰਾ ਦੇ ਬਾਰੇ 'ਚ ਨਾ ਇੱਕ ਆਕਸਫੋਰਡ ਯੂਨੀਵਰਸਿਟੀ ਨੇ ਕਿਤਾਬ ਛਾਪੀ ਆ, ਉਹਦੇ ਵਿੱਚ ਉਹ ਐਡ ਕੀਤਾ ਹੋਇਆ। ਤੇ ਡੂਜ਼ਨਬਰੀ ਇੱਕ ਅਮਰੀਕਾ ਦੇ ਤਾਂ ਤਾਤਲਾ ਸਾਹਿਬ ਉਹਦੇ ਐਡੀਟਰ ਸੀਗੇ, ਉਹਦੇ 'ਚ ਉਹ ਐਡ ਕੀਤਾ ਹੋਇਆ। ਉਹਦੇ 'ਤੇ ਬੇਸਡ ਇੱਕ ਪਾਲਿਸੀ ਬਣਾ ਕੇ ਪੰਜਾਬ ਗੌਰਮੈਂਟ ਨੂੰ ਦਿੱਤੀ ਗਈ ਸੀ NRI ਸਭਾ ਦੇ ਵੱਲੋਂ ਕਿ ਜੇ ਸਰਕਾਰ ਇਹਦੇ 'ਚ ਇੰਟਰਵੀਨ ਕਰੇ ਕਿ ਜਿਹੜਾ ਅਨਪ੍ਰੋਡਕਟਿਵ ਪ੍ਰੋਜੈਕਟਸ ਦੇ ਉੱਤੇ ਪੈਸਾ ਲੱਗਦਾ ਨਾ, ਉਹ ਗੇਟ ਬਣਾ ਦਿੱਤੇ, ਜਾਂ ਮਤਲਬ ਟੂਰਨਾਮੈਂਟ ਤੇ ਜ਼ਿਆਦਾ ਖਰਚਦਾ, ਕਲੱਬ ਨਹੀਂ ਬਣਾਈ ਹੈ ਨਾ, ਜਾਂ ਇੱਦਾਂ ਹੈ ਨਾ, ਤੇ ਇਹ ਸਾਰੇ ਜਿਹੜੇ ਹੈ ਨਾ, ਜਾਂ ਆਪਣੀ ਮਰਜ਼ੀ ਦੇ ਨਾਲ ਆਪਣੇ ਬਈ ਮੇਰੇ ਨਾਲ ਦੇ ਮੇਰੇ ਗੁਆਂਢੀ ਨੇ ਇੰਨਾ ਪੈਸਾ ਇਹਨੇ ਲਾਇਆ ਤੇ ਮੈਂ ਕਿਹੜਾ ਘੱਟ ਆ, ਉਹ ਜਿਹਦੇ ਤੇ ਜਿੱਥੇ ਉਹਨੇ ਲਾਤਾ ਉੱਥੇ ਹੀ ਉਹਨੇ ਲਾਤਾ ਨਾ, ਵੀ ਮੈਂ ਤੈਨੂੰ ਵੱਧ ਲਾਉਂਗਾ। ਪਰ ਜਿਹੜਾ ਆਰਗੇਨਾਈਜ਼ ਹੋ ਕੇ ਪੈਸਾ ਆਇਆ, ਭਾਵੇਂ ਉਹ ਸੰਤ ਸਾਧੂ ਲੈ ਕੇ ਆਏ ਤੇ ਭਾਵੇਂ ਉਹ ਲੈ ਕੇ ਆਈਆਂ ਸੰਸਥਾਵਾਂ, ਉਹਨਾਂ ਨੇ ਜਾਂ ਐਜੂਕੇਸ਼ਨ ਤੇ ਲਾਇਆ ਜਾਂ ਹੈਲਥ ਤੇ ਲਾਇਆ। ਫਿਰ ਇਹ ਹੋਇਆ ਵੀ ਦੂਸਰਾ ਵੀ ਇੱਧਰ, ਫਿਰ ਸਰਕਾਰ ਨੇ 50% ਮੈਚਿੰਗ ਗ੍ਰਾਂਟ ਦਾ ਐਕਟ ਪਾਸ ਕਰ ਦਿੱਤਾ। ਤੇ ਫਿਰ ਮੈਂ 5 ਸਾਲਾਂ ਬਾਅਦ ਉਹਨਾਂ ਵਿੱਚੋਂ 30 ਪਿੰਡ ਹੋਰ ਚੁਣ ਕੇ ਦੁਬਾਰਾ ਸਰਵੇ ਕੀਤਾ ਤਾਂ ਪਤਾ ਲੱਗਾ ਕਿ ਬਹੁਤ ਭਾਰੀ ਮਾਤਰਾ 'ਚ ਪੈਸਾ ਸ਼ਿਫਟ ਕਰ ਗਿਆ ਦੂਜੇ ਪਾਸੇ NRI ਦਾ। ਉਹਨਾਂ ਕਿਹਾ ਸਰਕਾਰ ਵੀ ਦੇ ਰਹੀ ਹੈ, ਹੋਰ ਦਿਓ ਪੈਸਾ। ਪਰ ਹੈਲਥ ਐਜੂਕੇਸ਼ਨ ਤੇ ਬਹੁਤ ਕੁਝ ਲੱਗਾ। ਚਾਹਨਾ ਜੀ ਬੜੀ ਵਧੀਆ ਗੱਲ ਆ ਕਿ ਤੁਸੀਂ ਉਸ ਪੰਜਾਬ ਨੂੰ ਜਿਹੜਾ ਵਾ ਨਾ ਉਹ ਰੱਖ ਰਹੇ ਹੋ, ਉਹਦੀ ਲੋਹ ਜਗਾ ਰਹੇ ਹੋ ਵਾਕਿਆ ਹੀ, ਕਿ ਜਿਹੜਾ ਪੰਜਾਬ ਸਾਨੂੰ ਚਾਹੀਦਾ। ਸੋ ਮੈਂ ਇੱਕ ਲਾਸਟ ਵਿੱਚ ਚੱਲਦੇ ਕਿ ਦੂਰਦਰਸ਼ਨ ਦੇ ਨਾਲ ਅੱਜ ਕੱਲ੍ਹ ਵੀ ਜੁੜੇ ਹੋਏ ਹਾਂ। ਲਾਸਟ ਸਵਾਲ ਆ, ਔਰ ਦੂਰਦਰਸ਼ਨ ਦਾ ਜਿਹੜਾ ਥੋੜ੍ਹਾ ਜਿਹਾ ਸਾਨੂੰ ਹੁਣ ਵਾਲਾ ਔਰ ਪੁਰਾਣਾ ਜਿਹੜਾ ਵਾਤਾਵਰਨ ਸੀ ਉਹਦੇ ਬਾਰੇ ਥੋੜ੍ਹਾ ਜਿਹਾ, ਕਿਉਂਕਿ ਸਾਡੇ ਕੋਲ ਸਿਰਫ 1 ਮਿੰਟ ਬਚਿਆ ਜੀ। ਅਸੀਂ ਦੂਰਦਰਸ਼ਨ ਦੇ ਨਾਲ ਤੁਸੀਂ ਜੁੜੇ ਰਹੇ ਹੋ, ਦੂਰਦਰਸ਼ਨ ਦਾ ਪ੍ਰੋਗਰਾਮ ਅੱਜ ਵੀ ਤੁਸੀਂ ਜਾਂਦੇ ਹੋ ਦੂਰਦਰਸ਼ਨ 'ਤੇ, ਜਾਂ ਕਿ ਦੂਰਦਰਸ਼ਨ ਤੋਂ ਹੁਣ ਇਸ ਵੇਲੇ ਥੋੜ੍ਹਾ ਪਰੇ ਹੋ? ਅਦੇ ਮੇਰਾ ਆਖਰੀ ਜਿਹੜਾ ਪ੍ਰੋਗਰਾਮ ਨਾ ਆਜਾ ਮੇਰਾ ਪਿੰਡ ਵੇਖ ਲਿਆ ਸੀ, ਬਲਦੇਵ ਸਲੋਤਰਾ ਉਹਦੇ ਪ੍ਰੋਡਿਊਸਰ ਸੀਗੇ। ਉਹ ਜਦੋਂ ਅਜੇ ਚੱਲ ਹੀ ਰਿਹਾ ਸੀ, ਮੈਂ ਉਹ ਤੋਂ 2-3-4 ਮਹੀਨੇ ਪਹਿਲਾਂ ਉਹਨਾਂ ਨੂੰ ਕਹਿਣਾ ਸ਼ੁਰੂ ਕਰਦਾ ਵੀ ਮੈਂ ਹੁਣ ਨਾ, ਮੇਰਾ ਮਨ ਨਹੀਂ ਹੈ ਕੰਟੀਨਿਊ ਰੱਖਣ ਦਾ, ਬਹੁਤ ਹੋ ਗਿਆ। ਉਹ ਫਿਰ ਅਲਟੀਮੇਟਲੀ ਕਹਿਣ ਲੱਗੇ ਕਿ ਮੈਂ 3-4 ਮਹੀਨੇ ਦਿੰਦੇ ਰਿਟਾਇਰ ਹੋਣ 'ਚ, ਉਹਨਾਂ ਚਿਰ ਤੱਕ ਕੱਢ। ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਨਾ ਉਹ ਦੂਰਦਰਸ਼ਨ ਦੇ ਉੱਤੇ ਕੰਮ ਨਹੀਂ ਕੀਤਾ। ਇੱਕ ਇਹ ਆ ਕਿ ਇੱਕ ਕੈਮਰੇ ਦੀ ਆਪਣੀ ਕੋਈ ਉਹਦੇ ਸਾਹਮਣੇ ਕੋਈ ਗਲੈਮਰ ਵੀ ਹੁੰਦੀ ਹੈ ਨਾ, ਤੇ ਦੂਜਾ ਹੈ ਕਿ ਥੀਮ ਕੋਈ ਐਸਾ ਹੋਵੇ ਜਿਹੜਾ ਕਦੇ ਕੋਈ ਡਿਸਕਸ਼ਨ ਵਾਲਾ ਕੋਈ ਮਾਮਲਾ ਜੇ ਆਪਣੇ ਮਿੱਤਰ ਕੋਈ ਸੱਦ ਲੈਣ ਤਾਂ ਫਿਰ ਜਦੋਂ ਨੇ ਮੈਂ ਰੈਗੂਲਰ ਪ੍ਰੋਗਰਾਮ ਉਸ ਤੋਂ ਬਾਅਦ ਕੋਈ ਨਹੀਂ ਕੀਤਾ। ਪਰ ਦੂਰਦਰਸ਼ਨ ਨੇ ਮੈਨੂੰ ਦਿੱਤਾ ਬਹੁਤ ਕੁਛ। ਜਦੋਂ ਮੈਂ ਆਹ ਕੀਤਾ ਨਾ ਪ੍ਰੋਗਰਾਮ ਆਜਾ ਮੇਰਾ ਪਿੰਡ ਵੇਖ ਲੈ, ਤਾਂ ਮੈਨੂੰ ਪਿੰਡਾਂ 'ਚ ਜਾਣ ਤੋਂ ਪਤਾ ਲੱਗਾ, ਉਹ ਪਹਾੜੀ ਪਿੰਡਾਂ ਤੋਂ ਲੈ ਕੇ ਰੇਤਲੇ ਪਿੰਡਾਂ ਤੱਕ ਜਦੋਂ ਕਵਰ ਕੀਤਾ ਨਾ, ਮੈਨੂੰ ਲੱਗਾ ਕਿ ਪੰਜਾਬ ਉਹ ਨਹੀਂ ਜਿਹੜਾ ਕਿਤਾਬਾਂ 'ਚ ਪੜ੍ਹਦੇ। ਫਿਰ ਮੈਂ ਆਪਣਾ ਖੋਜ ਕਰਨੀ ਸ਼ੁਰੂ ਕੀਤੀ ਤੇ ਮੇਰੀ ਪੁਸਤਕ ਆਈ ਪੰਜਾਬ ਕਮਿਊਨ, ਉਹਦੇ ਕਈ ਐਡੀਸ਼ਨ ਛਪ। ਔਰ ਚਾਨਾ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਨੇ, ਬੜਾ ਕੁਝ ਸਮਾਇਆ ਹੋਇਆ। ਮੈਨੂੰ ਲੱਗਦਾ ਵੀ ਸਾਡਾ ਸਮਾਂ ਘੱਟ ਸੀ, ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਆ ਕਿ ਚਾਨਾ ਜੀ ਨੂੰ ਥੋੜ੍ਹਾ ਫਰੋਲਿਆ ਜਾਵੇ
ਕਿਉਂਕਿ ਇੱਕ ਬੜੀ ਹੀ ਗੰਭੀਰ ਪਰਸਨੈਲਿਟੀ ਆ ਔਰ ਬੜੀਆਂ ਅੱਛੀਆਂ ਗੱਲਾਂ ਹੋਈਆਂ ਜਿੰਨੀਆਂ ਵੀ ਹੋਈਆਂ। ਚਾਨਾ ਜੀ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ ਹੋ ਔਨ ਸਕਾਈ ਰੇਡੀਓ ਔਰ ਟੀਵੀ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅੱਗੇ ਤੋਂ ਵੀ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਸਹਿਯੋਗ ਇਸੇ ਤਰ੍ਹਾਂ ਸਾਨੂੰ ਬਣਿਆ ਰਹੇ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ।